ਸਾਡੇ ਪੰਜਾਬੀ ਲਹਿਰ ਦਾ ਪਰਿਵਾਰ ਹੈ ਜਿਹੜਾ ਚਾਹੁੰਦਾ ਸੀ ਮਿਲਣਾ, ਮੈਂ ਨਹੀਂ ਮਿਲ ਸਕਿਆ। ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ। ਔਰ ਫਿਰ ਅਸੀਂ ਰਾਤੀ ਕੋਈ 2 ਵਜੇ ਪਹੁੰਚੇ ਹਾਂ ਦਿੱਲੀ। ਜੋ ਮਾਣ ਸਤਿਕਾਰ ਰਾਤ ਦੇ 2 ਵਜੇ ਦਿੱਲੀ ਦੀਆਂ ਸੰਗਤਾਂ ਨੇ, ਦਿੱਲੀ ਦੀ ਕਮੇਟੀ ਨੇ ਸਾਨੂੰ ਦਿੱਤਾ, ਸਾਡੇ ਵਹਿਮੋ ਗੁਮਾਨ 'ਚ ਵੀ ਨਹੀਂ ਸੀ ਕਿ ਰਾਤ ਦੇ 2 ਵਜੇ ਤੱਕ ਲੋਕ ਸਾਡਾ ਇੰਤਜ਼ਾਰ। ਤਾਂ ਜਿੰਨੇ ਵੀ ਸਾਡੇ ਨਾਲ ਹੋਰ ਦੋਸਤ ਸੀਗੇ, ਕਿਸੇ ਦਾ ਪਿਓ ਉੱਥੇ ਆ, ਕਿਸੇ ਉਧਰਲੀ ਸਾਈਡ ਤੇ ਆ, ਤੇ ਉਹ ਬੜਾ ਇਮੋਸ਼ਨਲ ਜਿਹਾ ਸੀਨ ਬਣਿਆ। ਕੋਈ ਪਿਓ ਪੁੱਤਰ ਨੂੰ ਮਿਲ ਰਿਹਾ, ਕੋਈ ਭਾਈ ਭਾਈ ਨੂੰ ਮਿਲ ਰਿਹਾ, ਲੋਕਾਂ ਦੀਆਂ ਅੱਖਾਂ 'ਚ ਅਥਰੂ। ਪੰਜਾਬੀ ਲਹਿਰ 'ਚ ਤੁਹਾਨੂੰ ਪਤਾ ਅਕਸਰ ਸਟੋਰੀ ਸਾਡੀਆਂ ਇਦਾਂ ਦੀਆਂ ਹੁੰਦੀਆਂ ਨੇ। ਅੱਛਾ, ਜਿਹੜਾ ਮੁਹੱਬਤਾਂ ਦਾ ਸਫ਼ਰ ਪੀਸ ਦਾ ਆਪਾਂ ਥੋੜਾ ਕਰਕੇ ਸ਼ੁਰੂ ਕੀਤਾ, ਲੋਕਾਂ ਨੇ ਉਧਰ ਵਾਲੇ ਮਿਲਦੇ ਆ, ਉਹ ਲੱਗਾ ਵੀ ਉਹ ਸਫ਼ਰ ਬਾਰਡਰੋਂ ਪਾਰ ਵੀ ਜਾਰੀ ਹੈ। उतों का कहना नहीं यार, हमारे पाकिस्तान से दोस्त आए हैं तो हमने पैसे नहीं लेने। बिहार भाई के भैया ने पैसे नहीं लिए। पाकिस्तान पंजाब ਤੇ ਇੰਡੀਆ ਪੰਜਾਬ ਕਿੰਨਾ ਫਰਕ? ਮੈਂ ਜੋ ਵੇਖ ਕੇ ਆਇਆ, ਸਾਡੇ ਵਰਗੇ ਹੀ ਪੰਜਾਬ ਆ। ਤੁਸੀਂ ਇੱਕ ਮਤਲਬ 1% ਵੀ ਨਹੀਂ ਕਹਿ ਸਕਦੇ ਕਿ ਇਹ ਲਾਹੌਰ ਆ ਤੇ ਇਹ ਅੰਮ੍ਰਿਤਸਰ। ਜਿੰਨਾ ਲਾਹੌਰੀਏ ਖਾਂਦੇ ਉਹਨਾਂ ਹੀ ਖਾਂਦੇ ਅੰਮ੍ਰਿਤਸਰੀ। ਲੈ ਉਹ ਤੋਂ ਵੀ ਵੱਧ ਖਾਂਦੇ। ਜਿੱਦਾਂ ਹੁਣ ਇੱਥੇ ਬੁਲਟ ਨਹੀਂ ਹੈਗੀ, ਹੁਣ ਮੇਰਾ ਧਿਆਨ ਇਸ ਕਰਕੇ ਕਿ ਮੈਨੂੰ ਮੇਰੀ ਬੜੀ ਪਸੰਦੀਦਾ ਸਵਾਰੀ ਰਹੀ। ਜਾਂ ਫਿਰ ਇੱਕ ਗੱਡੀ ਸੀ ਉੱਥੇ ਥਾਰ, ਮੈਨੂੰ ਉਹ ਬੜੀ ਪਸੰਦ ਆਈ। ਮੈਂ ਕਿਹਾ ਯਾਰ ਮੇਰਾ ਦਿਲ ਕਰਦਾ ਸੀ ਕਿ ਮੈਂ ਥਾਰ, 2-3 ਥਾਰ ਤੇ 2-3 ਜਿਹੜੇ ਬੁਲਟ ਨੇ ਨਾ, ਉਹ ਕਿਸੇ ਤਰੀਕੇ ਨਾਲ ਪਾਕਿਸਤਾਨ ਲੈ ਜਾਵਾਂ। ਜਿਹੜੇ ਸਾਡੇ ਰੈਲੀਵੈਂਟ ਅਥਾਰਟੀਜ਼ ਨੇ ਜਾਂ ਜਿਹੜੇ ਵੀਜ਼ਾ ਆਫਿਸਰ ਨੇ, ਉਹਨਾਂ ਦੇ ਅੱਗੇ ਇੱਕ ਰਿਕੁਐਸਟ ਹੈ ਮੇਰੀ। ਨਾ ਸਰ 1% ਲੋਕ ਰਹਿ ਚੁੱਕੇ ਨੇ। ਹਾਂ ਵੀ ਤੁਸੀਂ 60 ਸਾਲ ਨਾ ਕਰੋ, 65 ਸਾਲ ਦੀ ਸ਼ਰਤ ਨਾ ਲਾਓ, ਤੁਸੀਂ ਪੂਰੇ ਦੇ ਪੂਰੇ 75 ਸਾਲ ਦੀ ਸ਼ਰਤ ਲਾਓ। 75 ਸਾਲ ਦੀ ਲਾ ਦਿਓ ਯਾਰ। ਉਹਨਾਂ ਦੇ ਘਰ ਉਜਾੜ ਕੇ ਦੋਵੇਂ ਮੁਲਕ ਬਣੇ ਨੇ ਨਾ। ਇਹ ਪਿਛਲੇ 75 ਵਰਿਆਂ ਤੋਂ ਇੰਨਾ ਕੁ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਹੈ ਨਾ, ਕਿਤਾਬਾਂ ਤੋਂ ਲੈ ਕੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਅਸੀਂ ਐਸੀ ਚੀਜ਼ ਫਿੱਟ ਕਰ ਦਿੱਤੀ ਹੈ ਕਿ ਉਹਨੂੰ ਹੁਣ ਕੱਢਣ ਤੇ ਸਮਾਂ ਲੱਗਣਾ। ਤੇ ਮੈਂ ਆਪਣੀ ਗੱਲ ਦੱਸਾਂ, ਮੇਰੀ ਖੁਆਇਸ਼ ਸੀ, ਦਿਲੀ ਖੁਆਇਸ਼ ਸੀ, ਮੈਂ ਲਵਲੀ ਨੂੰ ਕਹਾਂ ਵੀ 5 ਵੜ ਜਾਵੇ ਵੀ ਬਹੁਤ ਕਹਿੰਦੇ ਸੀ ਯਾਰ। ਉਹ ਮੈਂ ਆਪਣੇ ਦਰਗਾਹ, ਮੈਂ ਹੁਣ ਵੀ ਅੱਖਾਂ 'ਚੋਂ ਨਾ ਅਥਰੂ ਆਉਣ ਲੱਗੇ, ਰੋਣ ਹੀ ਲੱਗਾ। ਤੇ ਉਹਨਾਂ ਦਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਬੜੀ ਘਾਟਾ ਜਿਹਾ ਵਾ ਯਾਰ, ਉਹਨਾਂ ਦੀ ਉਹ ਖੁਆਇਸ਼ ਪੂਰੀ ਆਪਾਂ ਕਰਨੀ। ਦਰਬਾਰ ਸਾਹਿਬ ਇੰਨੀ ਦੇਰ ਬਾਅਦ ਗਏ, ਫਿਰ ਕਿਸ ਤਰ੍ਹਾਂ ਦੀ ਫੀਲਿੰਗ ਸੀ, ਉਹ ਕਿਵੇਂ ਲੱਗਾ? ਉਹ ਨਾਸਰ ਤੂੰ ਬੜਾ ਇਮੋਸ਼ਨਲ ਸਵਾਲ ਮੇਰੇ ਕੋਲ ਪੁੱਛਦਾ। ਜੇ ਮਜ਼ਹਬੀ ਆਪਾਂ ਗੱਲ ਕਰੀਏ ਤਾਂ ਦਰਬਾਰ ਸਾਹਿਬ ਇੱਕ ਐਸਾ ਸਥਾਨ ਹੈ ਜਿਹੜੇ ਸਾਡੇ ਗੁਰੂ ਨੇ ਖੁਦ ਬਣਾਇਆ ਸੀ, ਤੇ ਉੱਥੇ ਫੀਲਿੰਗ ਹੀ ਕੁਝ ਹੋਰ ਤਰ੍ਹਾਂ ਦੀ ਹੈ। ਮੈਂ ਲਫ਼ਜ਼ਾਂ 'ਚ ਸ਼ਾਇਦ ਬਿਆਨ ਨਾ ਕਰ ਸਕਾਂ। ਮੈਂ ਅਪਲਾਈ ਕੀਤੀ ਨੂੰ 2 ਮਹੀਨੇ ਹੋ ਗਏ ਤੇ ਮੈਨੂੰ ਹਲੇ ਤੱਕ ਨਹੀਂ ਮਿਲਿਆ। ਇਹ ਉਸ ਤੋਂ ਬਾਅਦ ਲਵਾ ਕੇ ਤੇ ਹੋ ਵੀ ਆਇਆ। अस्सलाम वालेकुम जी सारे दोस्तों ਨੂੰ। मैं नासिर ढिल्लों, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪੰਜਾਬੀ ਲਹਿਰ ਦੀ ਫੈਮਿਲੀ ਦਾ ਬਹੁਤ ਸ਼ੁਕਰੀਆ ਜਿਹੜਾ ਇੰਨਾ ਸਾਨੂੰ ਪਿਆਰ ਦਿੰਦੇ ਆ, ਇੰਨੀ ਚਾਹਤ ਕਰਦੇ ਆ, ਮੁਹੱਬਤ ਦਿੰਦੇ ਆ। ਪੰਜਾਬੀ ਲਹਿਰ ਫੇਸਬੁੱਕ ਪੇਜ ਤੇ ਨਾਲ ਦੀ ਨਾਲ YouTube ਤੋਂ ਹਟ ਕੇ ਹੁਣ ਤੁਸੀਂ ਸਾਨੂੰ ਸਾਡੇ ਪ੍ਰੋਗਰਾਮ ਜਿਹੜੇ ਆ ਸਾਡੇ ਐਪਲ ਪੋਡਕਾਸਟ ਤੇ ਵੇਖ ਸਕੋਗੇ, ਸਪੋਟੀਫਾਈ ਤੇ ਵੇਖ ਸਕੋਗੇ, Amazon ਤੇ ਵੇਖ ਸਕੋਗੇ। ਇਹਨਾਂ ਸਾਰੇ ਪਲੇਟਫਾਰਮ ਤੇ ਸਾਡਾ ਪ੍ਰੋਗਰਾਮ ਜਿਹੜਾ ਵਾ ਇਹ ਪੋਡਕਾਸਟ ਦੀ ਸ਼ਕਲ ਤੇ ਸਾਡੇ ਡਿਫਰੈਂਟ ਪ੍ਰੋਗਰਾਮ ਜਿਹੜੇ ਆ ਤੁਹਾਡੇ ਤੱਕ ਪਹੁੰਚਦੇ ਰਹਿਣਗੇ। ਜਿਵੇਂ ਤੁਸੀਂ ਸਾਡੇ ਚੈਨਲਸ ਨੂੰ ਪਿਆਰ ਦਿੱਤਾ, ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਸਾਡੀ ਪੋਡਕਾਸਟ ਨੂੰ ਵੀ ਤੁਸੀਂ ਪਿਆਰ ਦਿਓਗੇ। ਅੱਜ ਅਸੀਂ ਪੋਡਕਾਸਟ ਬਣਾਉਣ ਜਾ ਰਹੇ ਹਾਂ, ਪੰਜਾਬੀ ਲਹਿਰ ਪੋਡਕਾਸਟ ਦੀ ਇੱਕ ਬਹੁਤ ਵਧੀਆ ਐਪੀਸੋਡ। ਅੱਜ ਦੀ ਐਪੀਸੋਡ ਖਾਸ ਤੌਰ ਤੇ ਮੈਨੂੰ ਬਹੁਤ ਸਾਰੇ ਮੈਸੇजेस ਆਏ, ਬਹੁਤ ਸਾਰੇ ਦੋਸਤਾਂ ਨੇ ਲਾਮੇ ਦਿੱਤੇ ਵੀ ਤੁਹਾਡਾ ਬੰਦਾ ਪਹੁੰਚ ਗਿਆ ਇੰਡੀਆ ਤੇ ਸਾਨੂੰ ਮਿਲਿਆ ਨਹੀਂ। ਉਹ ਮਿਲਿਆ ਕਿਉਂ ਨਹੀਂ, ਉੱਤੇ ਵੀ ਗੱਲਬਾਤ ਆਪਾਂ ਕਰਨੀ ਹੈ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਤੁਹਾਨੂੰ ਦੇਣੇ ਆ। ਇਸ ਪੋਡਕਾਸਟ ਵਿੱਚ ਬਹੁਤ ਸਾਰੀਆਂ ਗੱਲਾਂ ਆਪਾਂ ਕਰਨੀਆਂ। ਸਾਡੇ ਨਾਲ ਨੇ ਇਸ ਵੇਲੇ ਗੱਲਾਂ ਕਰਦੇ ਰਹੀਦਾ ਵੀ ਜਿਹੜੇ ਇੰਡੀਆ ਤੋਂ ਦੋਸਤ ਆਏ ਨੇ, ਸਾਡੇ ਕੋਲ ਮਹਿਮਾਨ ਆਉਂਦੇ ਨੇ, ਉਹਨਾਂ ਨੂੰ ਪਾਕਿਸਤਾਨ ਆ ਕੇ ਕਿੱਦਾਂ ਦਾ ਲੱਗਾ। ਫਿਰ ਹੁਣ ਅੱਜ ਦਾ ਪ੍ਰੋਗਰਾਮ ਵੀ ਇੰਡੀਆ ਜਾ ਕੇ ਲਵਲੀ ਨੂੰ ਕਿੱਦਾਂ ਦਾ ਲੱਗਾ। ਲਵਲੀ ਸਿੰਘ ਹੋ ਗਿਆ ਪਾਕਿਸਤਾਨ ਤੋਂ, ਨਾਲ ਇਹਦੀ ਮਾਤਾ ਜੀ ਹੋਰ ਫੈਮਿਲੀ ਦੇ ਮੈਂਬਰਸ ਹੋ ਕੇ ਆਏ ਨੇ। ਇਹਨਾਂ ਨਾਲ ਅੱਜ ਦੀ ਪੋਡਕਾਸਟ ਹੈ। ਲਵਲੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰੇ ਜਿਹੜੇ ਵੀਰ ਸਾਡੇ ਨਾਲ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਲਵਲੀ ਜੀ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ। ਵੈਸੇ ਇੰਡੀਆ ਜਾ ਕੇ ਤੁਸੀਂ ਸਾਨੂੰ ਟਾਈਮ ਨਹੀਂ ਦਿੱਤਾ। ਬਸ ਜੀ ਤੁਹਾਨੂੰ ਪਤਾ ਹੀ ਹੈ ਕਿ ਮਾਤਾ ਜੀ ਨਾਲ ਸੀਗੇ, ਤੇ ਜ਼ਿਆਦਾ ਤੋਂ ਜ਼ਿਆਦਾ ਇਸ ਟ੍ਰਿਪ ਦਾ ਮਕਸਦ ਵੀ ਇਹ ਸੀਗਾ ਕਿਉਂਕਿ ਜਾਣ ਤੋਂ ਪਹਿਲੇ ਹੀ ਮਾਤਾ ਜੀ ਨੇ ਕਹਿ ਦਿੱਤਾ ਸੀ ਕਿ ਆ ਤੂੰ ਆਪਣਾ ਫਿਰ ਟੁਰ ਲਾ, ਮੈਨੂੰ ਨਾਲ ਲੈ ਕੇ ਜਾ। ਮੈਂ ਕਿਹਾ ਨਹੀਂ, ਨਾਲ ਤੁਹਾਡਾ ਜਾਣਾ ਬਣਦਾ ਕਿਉਂਕਿ ਕਾਫੀ ਸਮਾਂ ਹੋ ਗਿਆ ਵਾ। ਉੱਥੇ ਸਿਸਟਰ ਵੀ ਰਹਿੰਦੀ ਆ, 2 ਮਾਸੀਆਂ ਨੇ। ਮੈਂ ਕਿਹਾ ਚਲੋ ਮਿਲ ਲੈਣਗੇ। ਤੇ ਉਮਰ ਤੁਹਾਨੂੰ ਪਤਾ ਹੀ ਆ, ਫਿਰ ਜਿਸ ਤਰ੍ਹਾਂ ਸਾਰੇ ਬਜ਼ੁਰਗਾਂ ਦਾ ਕਰਦੇ ਆ ਤੇ ਆਪਣੇ ਘਰ ਦਾ ਨਾ ਹੋਵੇ ਫਿਰ ਤੇ ਮਾੜੀ ਗੱਲ ਆ।
ਉਹਨੇ ਬਜ਼ੁਰਗਾਂ ਦਾ ਕਰਕੇ ਨਹੀਂ ਫੋਨ ਚੁੱਕੇ ਲੋਕਾਂ ਦੇ ਉੱਥੇ ਇੰਡੀਆ ਜਾ ਕੇ? ਮੈਨੂੰ ਬਹੁਤ ਸਾਰੇ ਲਾਮੇ ਆਏ ਨਾ, ਮੈਸੇजेस ਆਏ ਵੀ ਤੁਹਾਡਾ ਬੰਦਾ ਬਈ ਫੋਨ ਨਹੀਂ ਚੁੱਕਦਾ। ਇੱਕ ਤਾਂ ਅੱਜ ਤੋਂ ਪਹਿਲੇ ਜਦੋਂ 2015 'ਚ ਅਸੀਂ ਗਏ ਸੀ, ਉਦੋਂ ਮੈਂ 4 ਕੁ ਮਹੀਨੇ ਇੰਡੀਆ ਰਿਹਾ ਸੀ। ਉਦੋਂ ਇੰਡੀਆ ਵੇਖਣ ਦਾ ਜਿਹੜਾ ਨਜ਼ਰੀਆ ਸੀ ਉਹ ਕੁਝ ਹੋਰ ਸੀਗਾ। ਵੈਸੇ ਤਾਂ ਅੱਛਾ, ਮੈਂ ਕਹਿਣ ਲੱਗਾ ਉਦੋਂ ਕਿਸੇ ਨੇ ਫੋਨ ਨਹੀਂ ਕੀਤਾ। ਉਦੋਂ ਗੱਲ ਵੀ ਇਦਾਂ ਹੀ ਸੀ। ਉਦੋਂ ਗੱਲ ਵੀ ਇਦਾਂ ਹੀ ਸੀ, ਬਿਲਕੁਲ ਤੁਹਾਡੀ ਠੀਕ ਗੱਲ ਹੈ। ਲੇਕਿਨ ਉਦੋਂ ਨਜ਼ਰੀਆ ਕੁਝ ਹੋਰ ਸੀ। ਹੁਣ ਐਤਕੀ ਮੈਨੂੰ 16 ਤਰੀਕ ਨੂੰ ਪਤਾ ਲੱਗਾ ਕਿ ਇੰਡੀਆ ਦੇ ਵਿੱਚ ਲਾਲ ਕਿਲੇ ਦੇ ਵਿੱਚ ਦਿੱਲੀ ਫਤਿਹ ਦਿਵਸ ਮਨਾਇਆ ਜਾ ਰਿਹਾ ਔਰ ਤੁਸੀਂ ਆ ਰਹੇ ਹੋ। ਤੇ ਉਦੋਂ ਮੈਨੂੰ ਨਹੀਂ ਪਤਾ ਸੀ ਕਿ ਕੋਈ ਜਥਾ ਵੀ ਜਾ ਰਿਹਾ ਹੈ ਨਨਕਾਣਾ ਸਾਹਿਬ ਤੋਂ। ਤੇ ਉਦੋਂ ਤੁਹਾਨੂੰ ਪਤਾ ਹੈ ਵਿਸਾਖੀ ਤੇ ਕਾਫੀ ਲੋਕ ਆਏ ਹੋਏ ਸੀਗੇ ਤੇ ਮੈਂ ਉਹਨਾਂ ਨਾਲ ਬਿਜ਼ੀ ਸਾਂ। ਮੈਂ ਕਿਹਾ ਹੁਣ ਕੌਣ ਇਸਲਾਮਾਬਾਦ ਜਾਵੇ, ਇਹਨਾਂ ਲੋਕਾਂ ਨੂੰ ਮੈਂ ਕਿੱਦਾਂ ਛੱਡਾਂ। ਲੇਕਿਨ ਉਹ ਫਿਰ ਪਤਾ ਲੱਗਾ ਕਿ ਨਨਕਾਣਾ ਸਾਹਿਬ ਤੋਂ ਜਥਾ ਵੀ ਜਾ ਰਿਹਾ ਤੇ ਫਿਰ ਮੈਂ ਉਹਨਾਂ ਨਾਲ ਹੀ ਜਿੱਦਾਂ ਉਹਨਾਂ 'ਚ ਹੀ ਸ਼ਾਮਿਲ ਹੋ ਗਿਆ। ਤੇ ਮਾਤਾ ਜੀ ਨੂੰ ਫਿਰ ਬੜਾ ਔਖਾ ਮੈਂ ਮਨਾਇਆ। ਮਾਤਾ ਜੀ ਕਹਿ ਰਹੇ ਸੀ ਕਿ ਨਹੀਂ ਪੁੱਤਰ ਤੂੰ ਫਿਰ ਟੁਰ ਲਾ, ਮੈਨੂੰ ਕਿੱਥੇ ਲਈ ਫਿਰੇਂਗਾ, ਮੇਰੀ ਮੈਡੀਸਨ ਤੇ ਇਹ ਉਹ, ਘਰ ਦਾ ਕੋਈ ਹੋਰ ਨਾਲ ਜੀ ਨਹੀਂ ਹੈ। ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਮੈਕਸਿਮਮ ਮੈਂ ਤੁਹਾਡੇ ਨਾਲ ਹੀ ਰਹੂੰਗਾ। ਫਿਰ ਜਦੋਂ ਅਸੀਂ 21 ਤਰੀਕ ਦੀ ਰਾਤੀ 6 ਵਜੇ ਇਸੇ ਟਾਈਮ ਮੈਨੂੰ ਦੱਸਿਆ ਗਿਆ, ਸ਼ਾਮੀ 6 ਵਜੇ, ਕਿ ਕੱਲ ਤੁਸੀਂ ਜਾ ਰਹੇ ਹੋ। ਮੈਂ ਤੇ ਤੁਹਾਡੇ ਕੋਲ ਆਫਿਸ ਹੀ ਸਾਂ, ਇੱਥੋਂ ਹੀ ਭੱਜ ਨੱਸ ਕੇ ਤੇ ਆਪਾਂ ਨਿਕਲੇ ਤੇ ਸਵੇਰ ਆਪਾਂ ਬਾਰਡਰ ਤੇ ਪਹੁੰਚੇ। ਬਾਰਡਰ ਤੇ ਜਨਾਬ ਹਾਲਾਂਕਿ ਕਿਸੇ ਨੂੰ ਦੱਸਿਆ ਵੀ ਨਹੀਂ, ਇਹਦੇ ਬਾਵਜੂਦ ਲੋਕਾਂ ਦਾ ਜਿਸ ਤਰ੍ਹਾਂ ਉੱਥੇ ਸਵਾਗਤ ਸੀ, ਪਿਆਰ ਸੀ, ਮੁਹੱਬਤ ਸੀ। ਬਲਕਿ ਬਾਰਡਰ ਕ੍ਰਾਸ ਕੀਤਾ ਤੇ ਪਾਕਿਸਤਾਨ ਦੇ ਤੁਸੀਂ ਬਾਰਡਰ ਤੇ ਜਿੱਦਾਂ ਅਟਾਰੀ ਤੇ ਇੰਡੀਆ ਵਾਲੀ ਪਾਸੇ ਹੈ, ਇਹਦੇ ਪਾਸੇ ਵਾਗਾ ਦਾ ਸਿਸਟਮ ਥੋੜਾ ਅਲੱਗ ਹੈ। ਤੁਹਾਨੂੰ ਪੈਦਲ ਹੀ ਜਾਣਾ ਪੈਂਦਾ, ਲੇਕਿਨ ਇੰਡੀਆ ਦੇ ਵਿੱਚ ਜਾਂਦੇ ਆ ਸਾਰੀ ਨਾ ਤੁਹਾਨੂੰ ਬੱਸ 'ਚ ਬਹਾ ਦਿੰਦੇ ਆ। ਜਿੱਦਾਂ ਹੀ ਤੁਸੀਂ ਰੋਡ ਕ੍ਰਾਸ ਕਰਦੇ ਹੋ ਤੇ ਬੱਸ 'ਚ ਬਹਾ ਦਿੰਦੇ ਆ। ਤੇ ਉਹ ਬੱਸ ਦਾ ਜਿਹੜਾ ਡਰਾਈਵਰ ਸੀ ਉਹ ਐਂ ਕਰਕੇ ਮੈਨੂੰ ਗੌਰ ਨਾਲ ਵੇਖੀ ਜਾਵੇ ਕਿ ਯਾਰ ਇਹ ਕਿੱਥੋਂ ਆ ਗਿਆ। ਖੈਰ ਉਹਦੇ ਨਾਲ ਬੜੀ ਗੱਪਸ਼ਪ ਹੋਈ। ਪਹਿਲਾਂ ਵਾਕਫ ਟੱਕਰ ਗਿਆ। ਪਹਿਲਾਂ ਹੀ ਵਾਕਫ ਟੱਕਰ ਗਿਆ। ਫਿਰ ਇਸੇ ਤਰ੍ਹਾਂ ਜਿਹੜੇ ਇਮੀਗ੍ਰੇਸ਼ਨ ਤੇ ਕਾਫੀ ਲੋਕ ਸਨ, ਜਿਹੜਾ ਜਾਣਦਾ ਸੀ ਉਹਨੇ ਕਾਫੀ ਪਿਆਰ ਮੁਹੱਬਤ ਕੀਤਾ। ਫਿਰ ਇਮੀਗ੍ਰੇਸ਼ਨ ਤੋਂ ਅੱਗੇ ਜਿੱਦਾਂ ਆਪਾਂ ਬਾਹਰ ਨਿਕਲੇ ਆ, ਕਿਉਂਕਿ ਅਸੀਂ ਕੋਈ 48 ਜੀ ਸੀਗੇ ਤੇ ਉਹ ਥੋੜਾ ਜਿਹਾ ਇਮੀਗ੍ਰੇਸ਼ਨ ਤੇ ਟਾਈਮ ਲੱਗਣਾ ਸੀ। ਬਹੁਤ ਸਾਰੇ ਬਜ਼ੁਰਗ ਸੀ, ਉਹਨਾਂ ਦੇ ਫਾਰਮ ਫਿਲ ਕਰਨੇ ਸੀਗੇ, ਉਹ ਵਿਚਾਰਿਆਂ ਨੂੰ ਪਤਾ ਨਹੀਂ ਸੀ ਤੇ ਨਾਲ ਲੱਗੇ ਰਹੇ। ਤੇ ਜਿੱਦਾਂ ਹੀ ਅੱਗੇ ਗਏ ਉਹਦੇ ਮੀਡੀਆ ਆਇਆ ਹੋਇਆ ਤੇ ਲਾਲਾ ਹੋਈ ਪਈ ਜੀ। ਪਾਕਿਸਤਾਨ ਤੋਂ ਸੰਗਤ ਆਈ ਔਰ ਉੱਥੇ ਬੜਾ ਜਜ਼ਬਾਤੀ ਜਿਹਾ ਮਾਹੌਲ ਵੀ ਬਣਿਆ, ਕਿਉਂਕਿ ਬਹੁਤ ਸਾਰੇ ਵੀਰ ਆਏ ਸੀ ਜਾਣਨ ਵਾਲੇ। ਉਹਨਾਂ ਨੇ ਬੜਾ ਪਿਆਰ ਮੁਹੱਬਤ, ਹਾਰਾਂ ਪਾ, ਕੋਈ ਮਠਿਆਈ ਲੈ ਕੇ ਆਇਆ, ਕੋਈ ਪਾਣੀ ਲੈ ਕੇ ਆਇਆ। ਉਹ ਇੱਕ ਮੁੰਡੇ ਦਾ ਕੀ ਨਾਂ ਸੀ ਜਿਹੜਾ ਬਾਰਡਰ ਤੇ ਆਇਆ, ਉਹ ਮੈਨੂੰ ਰਾਤੀ ਕਹਿੰਦਾ ਮੈਂ ਬਾਰਡਰ ਤੇ ਪਹੁੰਚ ਜਾਊਂਗਾ। ਮੈਂ ਕਿਹਾ ਵੇਖ, ਕਹਿੰਦਾ ਤੇਰੇ ਵਾਸਤੇ ਮੈਂ ਨਾਸ਼ਤਾ ਲਿਆਉਂਗਾ। ਮੈਂ ਉਹਨੂੰ ਆਖਿਆ, ਮੈਂ ਕਿਹਾ ਅਸੀਂ 48 ਜੀ ਆ। ਤੇ ਉਹਨੇ ਫਿਰ 48 ਜੀਆਂ ਵਾਸਤੇ ਨਾਸ਼ਤਾ ਉਹ ਲੈ ਕੇ ਆਇਆ। ਅੱਛਾ, ਬਾਰਡਰ ਤੇ ਲੈ ਆਇਆ। ਬਾਰਡਰ ਤੇ ਹੀ ਲੈ ਆਇਆ। ਮਤਲਬ ਵਿਚਾਰੇ ਨੂੰ ਅੰਦਰ ਨਹੀਂ ਆਣ ਦਿੱਤਾ, ਇਹਦਾ ਬਾਹਰ ਅਟਾਰੀ ਤੋਂ ਨਿਕਲ ਕੇ, ਇਮੀਗ੍ਰੇਸ਼ਨ ਤੋਂ ਨਿਕਲ ਕੇ ਉੱਥੇ ਹੀ ਉਹ ਨਾਸ਼ਤਾ ਲੈ ਕੇ ਆਇਆ। ਤੇ ਬੜਾ ਜ਼ਬਰਦਸਤ। ਫਿਰ ਉਹ ਜਿਹੜਾ ਸਾਡੇ ਨਾਲ ਡਰਾਈਵਰ ਸੀਗਾ ਉਹ ਐਡਾ ਕੋਈ ਅੱਛਾ ਔਰ ਬੀਬਾ ਬੰਦਾ, ਮੈਨੂੰ ਉਹਦੇ ਨਾਂ ਦਾ ਨਹੀਂ ਪਤਾ, ਜਿਹੜਾ ਬੱਸ ਦਾ ਡਰਾਈਵਰ ਸੀ। ਕਿਉਂਕਿ ਇਹ ਦਿੱਲੀ ਤੋਂ ਆਈ ਸੀ ਬੱਸ ਵੀ, ਔਰ 2 ਉਹਨਾਂ ਨੇ ਕਾਰਾਂ ਵੀ ਜਿੱਦਾਂ ਦਿੱਤੀਆਂ ਸੀ ਕਿ ਜਿਹੜਾ ਬੰਦਾ ਕਾਰਾਂ 'ਚ ਜਾਣਾ ਚਾਹੁੰਦਾ ਕਾਰਾਂ 'ਚ ਚੱਲ ਜਾਵੇ। ਮੈਂ ਕਿਹਾ ਚਲੋ ਜੱਥੇ ਨਾਲ ਬੱਸ ਹੀ ਵਧੀਆ ਰਹੇਗਾ। ਤੇ ਉਹ ਵਿਚਾਰੇ ਨੂੰ ਜਿੱਥੇ ਆਪਾਂ ਗਿਆ, ਉਹ ਜਲੰਧਰ 'ਚ ਹਵੇਲੀ ਆਈ। ਮੈਂ ਕਿਹਾ ਯਾਰ ਮੈਂ ਇਹਦਾ ਨਾਮ ਬੜਾ ਸੁਣਿਆ, ਇੱਥੇ ਰੋਕ ਦੇ। ਉਹਨੇ ਉੱਥੇ ਰੋਕਤੀ। ਫਿਰ ਇਸੇ ਤਰ੍ਹਾਂ ਰਾਜਪੁਰੇ 'ਚ ਉਹਨੂੰ ਆਖਿਆ ਇੱਥੇ ਰੋਕ ਦੇ, ਉਹਨੇ ਉੱਥੇ ਰੋਕਤੀ। ਮਤਲਬ ਜਿੱਥੇ ਜਿੱਥੇ ਅਸੀਂ ਕਿਹਾ ਉਹਨੇ ਬੱਸ ਉਹ ਰੋਕੀ ਗਿਆ। ਔਰ ਫਿਰ ਅਸੀਂ ਰਾਤੀ ਕੋਈ 2 ਵਜੇ ਪਹੁੰਚੇ ਹਾਂ ਦਿੱਲੀ। ਤੇ ਉਸ ਵੇਲੇ ਤੇ ਲਾਲ ਕਿਲੇ ਦਾ ਇਵੈਂਟ ਮੁੱਕ ਗਿਆ ਸੀਗਾ ਸਾਡੇ, ਕਿਉਂਕਿ ਰਾਜ ਲੋਕਾਂ ਨੂੰ ਮਿਲਦੇ ਰਹੇ। ਤੇ ਉੱਥੇ ਫਿਰ ਬੜਾ ਜ਼ਬਰਦਸਤ ਸੀਨ ਹੋਇਆ ਕਿ ਸਾਡੇ ਬੱਸ ਦੇ ਨਾ ਸਾਹਮਣੇ ਇੱਕ ਬੰਦਾ ਜਿੱਦਾਂ ਕਾਰ ਗਲਤ ਪਾਰਕਿੰਗ ਕਰ ਗਿਆ ਸੀ। ਤੇ ਉਹ ਜਨਾਬ ਉਹ ਸਰਦਾਰ ਆਏ, ਬੜਾ ਚਾਅ ਸੀ, ਨਨਕਾਣਾ ਸਾਹਿਬ ਤੋਂ ਸੰਗਤਾਂ ਆਈਆਂ, ਉਹਨਾਂ ਨੇ ਜਨਾਬ ਗੱਡੀ ਚੁੱਕੀ, ਬਾਕਾਇਦਾ 3-4 ਸਰਦਾਰਾਂ ਨੇ ਚੁੱਕੀ, 2-3 ਨੇ ਧੱਕਾ ਲਾਇਆ ਗੱਡੀ ਉਹ ਅੱਗੇ। ਫਿਰ ਅੱਗੇ ਅਸੀਂ ਪਹੁੰਚੇ ਤਾਂ ਜਿੰਨੇ ਵੀ ਸਾਡੇ ਨਾਲ ਹੋਰ ਦੋਸਤ ਸੀਗੇ, ਸਾਰਿਆਂ ਦੇ ਪਰਿਵਾਰ ਜਿੱਦਾਂ ਹੈਗੇ ਸੀ। ਕਿਸੇ ਦਾ ਪਿਓ ਉੱਥੇ ਆ, ਕਿਸੇ ਉਧਰਲੀ ਸਾਈਡ ਤੇ ਆ। ਹਾਂ, ਉਧਰ ਵਾਲੀ ਸਾਈਡ ਤੇ। ਉਹ ਬੜਾ ਇਮੋਸ਼ਨਲ ਜਿਹਾ ਨਾ ਸਾਰਾ, ਉਹ ਮੈਂ ਵੀਡੀਓ ਬਣਾਈ ਵੀ ਹੋਈ ਹੈ, ਮੈਂ ਪਾਵਾਂਗਾ। ਤੇ ਉਹ ਬੜਾ ਇਮੋਸ਼ਨਲ ਜਿਹਾ ਸੀਨ ਬਣਿਆ। ਕੋਈ ਪਿਓ ਪੁੱਤਰ ਨੂੰ ਮਿਲ ਰਿਹਾ, ਕੋਈ ਭਾਈ ਨੂੰ ਮਿਲ ਰਿਹਾ, ਕੋਈ ਮਤਲਬ ਇਸ ਤਰ੍ਹਾਂ ਉਹ ਲੋਕਾਂ ਦੀਆਂ ਅੱਖਾਂ 'ਚ ਅਥਰੂ। ਤੇ ਉਹ ਜਿੱਦਾਂ ਸਾਨੂੰ ਪੰਜਾਬੀ ਲਹਿਰ 'ਚ ਤੁਹਾਨੂੰ ਪਤਾ ਅਕਸਰ ਸਟੋਰੀ ਸਾਡੀਆਂ ਇੱਦਾਂ ਦੀਆਂ ਹੁੰਦੀਆਂ ਨੇ, ਤੇ ਉਹ ਬੜਾ ਇਮੋਸ਼ਨਲ ਜਿਹਾ ਹੋਇਆ। ਲੇਕਿਨ ਖੈਰ ਜੋ ਮਾਣ ਸਤਿਕਾਰ ਰਾਤ ਦੇ 2 ਵਜੇ ਦਿੱਲੀ ਦੀਆਂ ਸੰਗਤਾਂ ਨੇ, ਦਿੱਲੀ ਦੀ ਕਮੇਟੀ ਨੇ ਸਾਨੂੰ ਦਿੱਤਾ, ਸਾਡੇ ਵਹਿਮੋ ਗੁਮਾਨ 'ਚ ਵੀ ਨਹੀਂ ਸੀ ਕਿ ਰਾਤ ਦੇ 2 ਵਜੇ ਤੱਕ ਲੋਕ ਸਾਡਾ ਇੰਤਜ਼ਾਰ ਕਰਦੇ। ਇਸੇ ਤਰ੍ਹਾਂ ਫਿਰ ਟ੍ਰਿਪ ਜਿਹੜਾ ਹੈ। ਅੱਛਾ, ਇਹਦੇ 'ਚ ਸਵਾਲ ਕਰਦੇ ਹੀ ਤਾਂ ਆਪਾਂ ਅਕਸਰ ਜਿਹੜੇ ਇੰਡੀਆ ਤੋਂ ਆਉਂਦੇ ਨੇ, ਜਦੋਂ ਜਾਣ ਲੱਗਦੇ ਨੇ ਕਿ ਕਿਸ ਤਰ੍ਹਾਂ ਦਾ ਲੱਗਾ ਪਾਕਿਸਤਾਨ ਤੇ ਕਿਸ ਤਰ੍ਹਾਂ ਦਾ ਲੱਗਾ ਇੰਡੀਆ? ਇੰਡੀਆ ਯਾਰ ਬਹੁਤ ਵਧੀਆ। ਅਕਸਰ ਲੋਕ ਇੱਥੇ, ਮੈਂ ਪਹਿਲੇ ਵੀ ਗੱਲ ਕੀਤੀ ਕਿ
ਉਦੋਂ 2015 ਚ ਨਜ਼ਰੀਆ ਮੇਰਾ ਵੱਖ ਸੀ ਵੇਖਣ ਦਾ। ਲੇਕਿਨ ਜਦੋਂ ਇੱਥੇ ਲੋਕ ਆਉਂਦੇ ਆ, ਬਹੁਤ ਸਾਰੇ ਲੋਕ ਕਮੈਂਟ ਕਰਦੇ ਜੀ ਉਹ ਤਾਂ ਮੁੱਕ ਗਿਆ ਇੰਡੀਆ, ਉੱਥੇ ਤਾਂ ਪੰਜਾਬ ਰਿਹਾ ਹੀ ਨਹੀਂ, ਉੱਥੇ ਤਾਂ ਜਿਵੇਂ ਹਰ ਬੰਦਾ ਨਸ਼ੇੜੀ ਤੇ ਇਹ ਤੇ ਉਹ, ਤੇ ਉੱਥੇ ਤਾਂ ਪਾਣੀ ਮੁੱਕ ਗਿਆ, ਉੱਥੇ ਤਾਂ ਚਿੜੀਆਂ ਨਹੀਂ ਹੈਗੀਆਂ। ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈ। ਮੈਂ ਜੋ ਵੇਖ ਕੇ ਆਇਆ ਸਾਡੇ ਵਰਗੇ ਹੀ ਪੰਜਾਬ ਆ। ਕੋਈ ਮਤਲਬ ਕਿ ਅਗਰ ਮੈਂ ਅੰਮ੍ਰਿਤਸਰ ਤੇ ਲਾਹੌਰ ਨੂੰ ਕਹਾਂਗਾ ਕਿ 1% ਵੀ ਫਰਕ ਨਹੀਂ ਹੈਗਾ, ਨਾ ਲੋਕਾਂ 'ਚ, ਨਾ ਲੋਕਾਂ ਦੇ ਵਰਤਾਵ 'ਚ, ਨਾ ਖਾਣ ਪੀਣ 'ਚ, ਨਾ ਹੋਰ ਕਿਸੇ ਚੀਜ਼। ਤੁਸੀਂ ਮਤਲਬ 1% ਵੀ ਨਹੀਂ ਕਹਿ ਸਕਦੇ ਕਿ ਇਹ ਲਾਹੌਰ ਆ ਤੇ ਇਹ ਅੰਮ੍ਰਿਤਸਰ। ਜਿੰਨਾ ਲਾਹੌਰੀਏ ਖਾਂਦੇ ਉਹਨਾਂ ਹੀ ਖਾਂਦੇ ਅੰਮ੍ਰਿਤਸਰ ਕੀ? ਲੈ ਉਹ ਤੋਂ ਵੀ ਵੱਧ ਖਾਂਦੇ। ਮੈਂ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਜਿੰਨਾ ਲੋਕਾਂ ਨੇ ਪਿਆਰ ਦਿੱਤਾ। ਤੇ ਹੁਣ ਤੂੰ ਸਮਝ ਗਿਆ ਹੋਵੇਗਾ ਕਿ ਮੈਂ ਤੇਰਾ ਫੋਨ ਕਿਉਂ ਨਹੀਂ ਚੁੱਕਿਆ ਜਾਂ ਬਾਕੀ ਦੋਸਤਾਂ ਦਾ ਕਿਉਂ ਨਹੀਂ ਚੁੱਕਿਆ, ਕਿਉਂਕਿ ਜਿੰਨੇ ਕੁ ਲੋਕ ਸੰਪਰਕ 'ਚ ਸਟਾਰਟ ਦੇ ਵਿੱਚ ਹੀ ਆ ਗਏ ਸੀ ਸ਼ੁਰੂ 'ਚ, ਉਹਨਾਂ ਤੱਕ ਨਿਭਾਉਣਾ ਹੀ ਔਖਾ ਹੋ ਗਿਆ ਸੀ। ਵੀ ਉਹਨਾਂ ਨੂੰ ਮਿਲਣਾ ਬਹੁਤ ਔਖਾ। ਹਾਂ, ਉਹਨਾਂ ਨੂੰ ਮਿਲਣਾ ਬਹੁਤ ਔਖਾ ਹੋ ਗਿਆ ਸੀ। ਅੱਛਾ, ਵੀਜ਼ੇ ਦੀ ਗੱਲ ਆਪਾਂ ਉੱਤੇ ਵੀ ਗੱਲ ਹੈ ਵੀ ਵੀਜ਼ਾ, ਮੈਨੂੰ ਕੁਐਸਚਨ ਹੁੰਦਾ, ਮੈਨੂੰ ਤਾਂ ਚਲੋ ਆਪਣੇ ਪਤਾ ਵਾ, ਸਾਡੇ ਸੁਣਨ ਵਾਲਿਆਂ ਵਾਸਤੇ ਵੀ ਤੂੰ ਕਿਉਂ ਨਹੀਂ ਆਇਆ, ਲਵਲੀ ਆਇਆ, ਵੀਜ਼ਾ ਕਿਵੇਂ ਮਿਲਿਆ ਤੇ ਮੈਨੂੰ ਕਿਉਂ ਨਹੀਂ ਮਿਲਿਆ? ਅਸਲ ਦੇ ਵਿੱਚ ਇਹ ਇੱਕ ਰਿਲੀਜੀਅਸ ਇਵੈਂਟ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ। ਮੈਨੂੰ ਵੀ ਹੁਣ ਐਤਕੀ ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਪਾਕਿਸਤਾਨ ਵਾਸਤੇ 4 ਜਥੇ ਆਉਂਦੇ ਆ, ਇਹ 1974 ਦਾ ਇੱਕ ਆਇਨ ਦਾ ਮੁਆਇਦਾ ਹੋਇਆ ਵਾ। ਤੇ ਇਸੇ ਤਰ੍ਹਾਂ 3-4 ਜਥੇ ਜਾਂ 6 ਜਥੇ ਇੱਥੋਂ ਵੀ ਜਾਂਦੇ ਆ, ਜਿਹਦੇ ਵਿੱਚ ਜ਼ਾਇਰੀਨ ਦੇ ਜਾਂਦੇ ਆ, ਜਿਹਦੇ ਵਿੱਚ ਇੱਕ ਹੋਰ ਕਬੀਲਾ ਹੈ ਗੁਰਦਾਸਪੁਰ ਦੇ ਵਿੱਚ ਜਿਹੜੇ ਰਹਿੰਦੇ ਆ, ਕਾਦੀਆਂ ਉਹ ਜਾਂਦੇ ਆ। ਇਹਦੇ ਵਿੱਚ ਰਾਜਸਥਾਨ ਦੇ ਵਿੱਚ ਜਿਹੜਾ ਤੁਹਾਡੇ ਵੱਡੇ ਹੈਗੇ ਆ ਉਹਦੇ ਵਾਸਤੇ ਜਾਂਦੇ ਆ, ਗਰੀਬ ਨਵਾਜ਼ ਇੱਕ ਉੱਥੇ ਦਰਬਾਰ ਹੈ ਉਹਦੇ ਵਾਸਤੇ ਜਾਂਦੇ ਆ। ਤੇ ਇਸ ਤਰ੍ਹਾਂ ਇੰਡੀਅਨ ਸਿੱਖਾਂ ਵਾਸਤੇ ਵੀ ਹੈ, ਪਾਕਿਸਤਾਨੀ ਮੁਸਲਮਾਨ ਵੀਰਾਂ ਵਾਸਤੇ ਵੀ ਉਹਦੇ ਵਿੱਚ ਅਵੇਲੇਬਲ ਹੈ। ਲੇਕਿਨ ਪਿਛਲੇ ਕਰੋਨਾ ਕਰਕੇ ਕਾਫੀ ਸਮਾਂ ਜਿਹੜਾ ਹੈ ਇਹ ਬੰਦ ਰਿਹਾ ਜੱਥੇ ਆਉਣੇ। ਤੇ ਹੁਣ ਇਹ ਅਚਾਨਕ ਹੀ ਫਤਿਹ ਦਿਵਸ, ਦਿੱਲੀ ਫਤਿਹ ਦਿਵਸ, ਤੇ ਇਹਦੇ ਵਿੱਚ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਨਵੋਲਵ ਸੀਗੀ ਔਰ ਉਹਦੇ ਵਿੱਚ ਕੋਈ 24-25 ਜੀ ਨਨਕਾਣਾ ਸਾਹਿਬ ਤੋਂ ਸੀਗੇ, 10-12 ਜੀ ਪੰਜਾ ਸਾਹਿਬ ਤੋਂ, 10-12 ਜੀ ਪਸ਼ਾਵਰ ਤੋਂ, ਤੇ ਇਦਾਂ ਹੀ ਸਾਰਾ ਉਹਨਾਂ ਨੇ ਤਸ਼ਕੀਲ ਦਿੱਤਾ ਸੀ। ਇਸੇ ਕਰਕੇ ਸਾਡਾ ਵੀਜ਼ਾ, ਮੈਂ 16 ਤਰੀਕ ਨੂੰ ਮੇਰੇ ਕੋਲ ਪਾਸਪੋਰਟ ਉਹਨਾਂ ਨੇ ਲਿਆ ਵਾ ਤੇ 21 ਤਰੀਕ ਨੂੰ ਵੀਜ਼ਾ ਆ ਗਿਆ। ਮੈਂ ਵੈਸੇ ਦੱਸਦਾ ਜਾਵਾਂ, ਮੈਨੂੰ ਜਿਹੜੇ ਪੁੱਛਦੇ ਆ ਵੀ ਮੈਂ ਅਪਲਾਈ ਕੀਤੇ ਨੂੰ 2 ਮਹੀਨੇ ਹੋ ਗਏ ਤੇ ਮੈਨੂੰ ਹਲੇ ਤੱਕ ਨਹੀਂ ਮਿਲਿਆ। ਇਹ ਉਸ ਤੋਂ ਬਾਅਦ ਲਵਾ ਕੇ ਤੇ ਹੋ ਵੀ ਆਇਆ, ਵਾਪਸ ਵੀ ਆ ਗਿਆ ਤੇ ਮੇਰੀ ਫਾਈਲ ਉੱਥੇ ਦੀ ਉੱਥੇ। ਚਲੋ ਜੀ, ਚਲੋ ਮਾਲਕ ਖੈਰ ਰੱਖੇ, ਮਾਲਕ ਖੈਰ ਕਰੇ, ਲੱਭ ਜੂਗਾ, ਮੈਨੂੰ ਵੀ ਲੱਭ ਜੂ। ਕੋਈ ਨਹੀਂ, ਹੁਣ ਨਹੀਂ ਦਿੱਤਾ, ਅਗਲੀ ਵਾਰੀ ਦੇ ਦੇਣਗੇ, ਉਹਨਾਂ ਦੀ ਮਿਹਰਬਾਨੀ ਆ। ਤਾਂ ਵੀ ਤਜੱਸੁਸ ਨਾਸਰ, ਤੇਰੀ ਗੱਲ ਬਿਲਕੁਲ ਠੀਕ ਹੈ। ਹੁਣ ਜਿਹੜਾ ਬੰਦਾ ਮੈਨੂੰ ਮਿਲਿਆ ਉਹਦੇ ਜ਼ਿਹਨ 'ਚ ਇਹ ਸੀ ਕਿ ਨਾਸਰ ਵੀ ਆਇਆ ਹੋਇਆ। ਜਦੋਂ ਪੰਜਾਬੀ ਲਹਿਰ ਉੱਥੋਂ ਆਪਾਂ ਲਾਈਵ ਕੀਤਾ, ਲੋਕਾਂ ਦੇ ਜ਼ਿਹਨ 'ਚ ਸੀ ਕਿ ਉਹ ਨਾਲ ਹੀ ਹੈ। ਜਿਹੜਾ ਬੰਦਾ ਮੇਰੇ ਨਾਲ ਗੱਲਬਾਤ ਕਰ ਰਿਹਾ ਉਹਦਾ ਦੂਸਰਾ ਕੁਐਸਚਨ ਨਾਸਰ ਦਾ ਹੀ ਸੀ ਜਾਂ ਪੰਜਾਬੀ ਲਹਿਰ ਦਾ ਸੀ ਕਿ ਬਾਕੀ ਜੀ ਕਿੱਥੇ ਹੈ। ਤੇ ਇਹ ਉਹ ਮੁਹੱਬਤ ਸੀ, ਲੋਕਾਂ ਦੀ ਤਾਂਘ ਸੀ। ਅੱਛਾ, ਜਿਹੜਾ ਮੁਹੱਬਤਾਂ ਦਾ ਸਫ਼ਰ, ਜਿਹੜਾ ਅਸੀਂ ਗੱਲ ਕਰ ਲਈਏ ਪਿਆਰ ਦਾ, ਮੁਹੱਬਤ ਦਾ, ਉਹ ਪੀਸ ਦਾ, ਆਪਾਂ ਥੋੜ੍ਹਾ ਕਰਕੇ ਸ਼ੁਰੂ ਕੀਤਾ, ਲੋਕਾਂ ਨੇ ਉਧਰ ਵਾਲੇ ਮਿਲਦੇ ਆ, ਉਹ ਲੱਗਾ ਵੀ ਉਹ ਸਫ਼ਰ ਬਾਰਡਰੋਂ ਪਾਰ ਵੀ ਜਾਰੀ ਹੈ। ਮੈਂ ਗੁਰਦੁਆਰਾ, ਮੇਰਾ ਖਿਆਲ ਗੁਰਦੁਆਰਾ ਬੰਗਲਾ ਸਾਹਿਬ ਸੀਗਾ, ਤੇ ਉੱਥੋਂ ਮੇਰਾ ਫਰੈਂਡ ਮੈਨੂੰ ਲੈਣ ਆਇਆ, ਮਿਲਣ ਆਇਆ। ਮੈਂ ਥੋੜ੍ਹਾ ਜਿਹਾ ਲਾਈਵ ਹੋਇਆ ਸੀ ਤੇ ਫਰੈਂਡ ਮਿਲਣ ਆਇਆ ਤੇ ਉਹ ਕਹਿੰਦਾ ਮੈਂ ਤੈਨੂੰ ਕੋਈ ਸ਼ੈ ਖਵਾਣੀ ਹੈ। ਮੈਂ ਕਿਹਾ ਰਹਿਣ ਦੇ ਵੀਰੇ। ਖੈਰ ਉਹਨੇ ਜ਼ਿੱਦ ਕੀਤਾ। ਉਹ ਇੰਡੀਆ ਦੇ ਉੱਥੇ ਨਾ ਪਾਣੀ ਪੂਰੀ ਬਹੁਤ ਚੱਲਦੀ, ਗੋਲ ਗੱਪੇ ਜਿਹਨੂੰ ਅਸੀਂ ਕਹਿੰਦੇ, ਤੇ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਗੋਲ ਗੱਪੇ ਖਾ ਰਹੇ ਆ ਤੇ ਉਹ ਮੁੰਡਾ ਮੇਰੇ ਕੋਲ ਵੈਸੇ ਕੁਐਸਚਨ ਕਰਦਾ, ਤੈਨੂੰ ਪਤਾ ਆਪਣੇ ਪੰਜਾਬੀ ਤਾਂ ਹਰ ਚੀਜ਼ ਬਾਰੇ ਸਵਾਲ ਅੱਛਾ ਇਹ ਵੀ ਹੈ, ਅੱਛਾ ਇੰਝ ਵੀ ਹੁੰਦਾ। ਮੇਰੇ ਕੋਲ ਪੁੱਛਣ ਦੇ ਆ ਪਾਕਿਸਤਾਨ ਦੇ ਗੋਲ ਗੱਪੇ ਜਾਂ ਇਦਾਂ ਦੇ ਟੇਸਟੀ ਹੈਗੇ ਆ, ਉਹਦੇ ਜ਼ਿਹਨ 'ਚ ਸਵਾਲ ਸੀਗਾ। ਤੇ ਉਹ ਹੁਣ ਗੋਲ ਗੱਪੇ ਵਾਲਾ ਬੰਦਾ ਸੁਣਨ ਦਿਆ ਤੇ ਉਹ ਪਤਾ ਨਹੀਂ ਬਿਹਾਰ ਦਾ ਜਾਂ ਕਿਧਰੋਂ ਦਾ, ਤੇ ਉਹ ਮੈਨੂੰ ਪੁੱਛਦਾ ਭਈਆ ਜੀ ਆਪ ਪਾਕਿਸਤਾਨ ਸੇ ਆਏ ਹੋ? ਮਤਲਬ ਪਹਿਲੇ ਤੇ ਉਹ ਯਕੀਨ ਨਾ ਕਰੇ ਕਿ ਯਾਰ ਸਿੱਖ ਬੰਦਾ ਪਾਕਿਸਤਾਨ ਤੋਂ ਕਿੱਦਾਂ ਆਇਆ, ਬਿਹਾਰੀਆਂ ਨੂੰ ਕੀ ਪਤਾ। ਤੇ ਉਹ ਜਦੋਂ ਜਾਣ ਲੱਗੇ, ਉਹ ਮਤਲਬ ਉਹ ਮੁੰਡੇ ਕੋਲ ਵੀ ਪੈਸੇ ਨਾ ਲਵੇ ਜਿਹੜਾ ਉੱਥੇ ਦਾ ਰਹਿਣਾ ਵਾਲਾ। ਮੈਂ ਕਿਹਾ ਜਾ ਕੇ ਨਾ ਦੱਸ ਦੇਂ ਕਿ ਅਸੀਂ ਵੀ ਤੁਹਾਡੇ ਨਾਲ ਮੁਹੱਬਤ ਕਰਦੇ। ਬਿਹਾਰੀਆਂ ਨੇ ਪੈਸੇ ਨਹੀਂ लिए, ਬਿਹਾਰ भाई के भैया ने पैसे नहीं लिए। हाँ, पैसे नहीं लेते, ਉਹਦੇ ਕੋਲ ਨਹੀਂ ਲਿੱਤੇ, ਮਤਲਬ ਉਹ ਮੈਨੂੰ ਖਵਾ ਰਿਹਾ ਸੀ ਉਥੋਂ ਦਾ। ਕਹਿੰਦਾ ਨਹੀਂ ਯਾਰ ਹਮਾਰੇ ਪਾਕਿस्तान से दोस्त आए हैं तो हमने पैसे नहीं लेने। ਗੱਲ ਕਰਨ ਦਾ ਮਕਸਦ ਹੈ ਉਹਨੂੰ ਵਿਚਾਰੇ ਨੂੰ ਕੀ ਪਤਾ ਹੋਣਾ ਪੰਜਾਬੀ ਲਹਿਰ ਦਾ ਕਿ ਉਹਨੇ ਨਾ ਮਾਣ ਸਤਿਕਾਰ। ਇੱਕ ਛੋਟੀ ਜੀ ਮੈਂ ਤੈਨੂੰ ਜਿਵੇਂ ਗੱਲ ਦੱਸ ਰਿਹਾ, ਇਸੇ ਤਰ੍ਹਾਂ ਦਿੱਲੀ 'ਚ ਆਪਾਂ ਜਿੱਦਾਂ 7-8 ਦਿਨ ਰਹੇ ਆ, ਠੀਕ ਹੈ। ਉੱਥੇ ਭਾਈ ਜੋਗਾ ਸਿੰਘ ਸੇਵਾ ਸੁਸਾਇਟੀ ਹੈ, ਜਿਹੜੇ ਪਿਸ਼ਾਵਰੀ ਲੋਕ, ਕਾਬਲੀ ਅਫਗਾਨੀ ਲੋਕ ਇੱਧਰੋਂ ਉੱਠ ਕੇ ਗਏ ਨੇ, ਉਹਨਾਂ ਨੇ ਵੈਰੀ ਨੈਕਸਟ ਡੇ ਸਾਡੇ ਵਾਸਤੇ ਬਹੁਤ ਵੱਡਾ ਇਵੈਂਟ ਰੱਖਿਆ, ਸਾਰਿਆਂ ਲੋਕਾਂ ਵਾਸਤੇ ਗਿਫਟ, ਫਿਰ ਪਤਾ ਨਹੀਂ ਕੀ ਕੁਛ, ਫਿਰ ਜੋ ਮੁਹੱਬਤਾਂ ਸਾਂਝਾ ਉਹ ਸੁਸਾਇਟੀ ਨੇ ਦਿੱਤੀਆਂ। ਫਿਰ ਉਸ ਤੋਂ ਅੱਗੇ ਫਿਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਰ ਬੱਸਾਂ ਦੇਤੀਆਂ।
ਕਿ ਪੂਰਾ ਦਿੱਲੀ ਫਿਰੋ ਜੀ, ਗੁਰਦੁਆਰਿਆਂ ਜਾਣਾ, ਜਿੱਥੇ ਜਿੱਥੇ ਜਾਣਾ ਹੈ ਜਾਓ। ਤੇ ਉਸ ਤੋਂ ਬਾਅਦ ਫਿਰ ਸਾਡੇ ਜ਼ਾਹਰਾ 1-2 ਦਿਨ ਸਾਡੇ ਉੱਥੇ ਰਿਸ਼ਤੇਦਾਰ, ਮਾਸੀਆਂ, ਫਿਰ ਉਹਨਾਂ ਦਾਵਤਾਂ ਸ਼ੁਰੂ ਹੋ ਗਈਆਂ। ਫਿਰ ਅੱਗੇ ਚੱਲ ਅਸੀਂ ਇੱਕ ਦਿਨ ਬੜਾ ਫੇਰੇ ਟੁਰੇ। ਉਧਰੋਂ ਫਿਰ ਡਾਕਟਰ ਦਲਵੀਰ ਪੰਨੂ ਨੂੰ ਪਤਾ ਲੱਗ ਗਿਆ, ਉਹਦਾ ਵੀ ਕੋਈ ਕੰਮ ਸੀ, ਉਹਨਾਂ ਨੇ ਨਰਿੰਦਰ ਮੋਦੀ ਨੂੰ ਮਿਲਣਾ ਸੀਗਾ। ਉਹ ਵੀ ਕਹਿੰਦਾ ਚਲੋ ਮੈਂ ਦੋਵੇਂ ਕੰਮ ਕਰ ਲੂੰਗਾ। ਉਹ ਵੀ ਯੂਐਸਏ ਤੋਂ ਆ ਗਏ। ਤੇ ਉਹਨਾਂ ਨਾਲ ਵੀ ਫਿਰ ਇੱਕ ਦਿਨ ਬੜਾ ਫੇਰੇ ਟੁਰੇ। ਇਸੇ ਤਰ੍ਹਾਂ ਫਿਰ ਇੱਕ ਦਿਨ ਅਸੀਂ ਰੱਖਿਆ ਸੀ ਫਿਰਨ ਟੁਰਨ ਵਾਸਤੇ ਪੂਰਾ ਦਿੱਲੀ ਦਾ। ਲਾਲ ਕਿਲ੍ਹਾ ਅਸੀਂ ਗਏ, ਔਰ ਜਿੱਥੇ ਜਿੱਥੇ ਨਾਸਰ ਲਾਈਵ ਹੋ ਰਹੇ ਆ, ਕੋਈ ਨਾ ਕੋਈ ਬੰਦਾ ਜਿਹੜਾ ਨਾ ਉਹ ਸਾਨੂੰ ਮਿਲ ਰਿਹਾ। ਅਨਐਕਸਪੈਕਟਡ ਕਿਹੜੀ ਚੀਜ਼ ਲੱਗੀ ਵੀ ਉਹ ਹੋ ਗਈ ਵੀ ਜਿਹਦਾ ਅੰਦਾਜ਼ਾ ਵੀ ਨਹੀਂ ਵੀ ਐਵੇਂ ਹੋ ਜਾਣਾ, ਜਾਂ ਕੋਈ ਮਿਲਣ ਆ ਗਿਆ ਇਸ ਤਰ੍ਹਾਂ ਦਾ ਵੀ ਜਿਹਨੂੰ ਟਾਈਮ ਹੀ ਨਾ ਦਿੱਤਾ ਹੋਇਆ ਆ ਗਿਆ? ਮੈਂ ਵਿਰਾਸਤ-ਏ ਖਾਲਸਾ, ਆਪਾਂ ਅੱਗੇ ਵੀ ਇਹਦੀ ਗੱਲ ਕਰਾਂਗੇ ਕਿ ਵਿਰਾਸਤ-ਏ ਖਾਲਸਾ ਦੇ ਵਿੱਚ ਮੈਂ ਕਿਧਰੇ ਵੀ ਆਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਿਆਂ ਤੋਂ ਲਾਈਵ ਹੋ ਕੇ ਤੇ ਮੈਂ ਵੈਰੀ ਨੈਕਸਟ ਡੇ ਲਾਈਵ ਆਉਣਾ ਬੰਦ ਕਰਤਾ। ਮੈਂ ਕਿਹਾ ਯਾਰ ਲੋਕ ਵਿਚਾਰੇ ਦੂਰੋਂ ਆ ਜਾਂਦੇ ਆ ਤੇ ਟਾਈਮ ਨਾ ਹੋਵੇ ਤਾਂ ਮਾੜੀ ਗੱਲ। ਮੈਂ ਵਿਰਾਸਤ-ਏ ਖਾਲਸਾ ਤੋਂ ਫਿਰਨ ਦਿਆਂ ਸੀ ਤੇ ਇੱਕ ਬੰਦਾ ਪਤਾ ਨਹੀਂ ਕਿੰਨੀ ਦੇਰ ਤੋਂ, ਉਹ ਵਿਚਾਰਾ ਮਨਦੀਪ ਉਹਦਾ ਨਾਂ ਸੀ, ਤੇ ਉਹ ਪਤਾ ਨਹੀਂ ਕਿੰਨੀ ਦੇਰ ਤੋਂ ਸਾਨੂੰ ਲੱਭ ਰਿਹਾ ਸੀ। ਉਹਨੂੰ ਰਾਤ ਦਾ ਪਤਾ ਲੱਗਾ ਸੀ ਕਿ ਇਹ ਚੀਜ਼ ਆ। ਵਿਚਾਰਾ ਕੰਮਕਾਰ ਛੱਡ ਕੇ ਉਹ ਲੱਭਦਾ ਰਿਹਾ। ਫਿਰ 3 ਮੁੰਡੇ, ਹਰਪ੍ਰੀਤ ਹੈ ਇੱਕ ਮੁੰਡੇ ਦਾ ਨਾਮ, ਮੈਂ ਉਹਨੂੰ ਜਾਣਦਾ, ਉਹਨੇ ਅੰਮ੍ਰਿਤਸਰ ਸਾਹਿਬ ਦੀ ਕੋਈ ਐਸੀ ਇੱਕ ਵੀ ਬਿਲਡਿੰਗ ਨਹੀਂ ਛੱਡੀ ਹੋਣੀ ਜਿੱਥੇ ਉਹਨੇ ਪਤਾ ਨਾ ਕੀਤਾ ਹੋਵੇ ਕਿ ਸਿੱਖ ਜਿਹੜੇ ਪਾਕਿਸਤਾਨ ਤੋਂ ਆਏ ਉਹ ਕਿਹੜੀ ਬਿਲਡਿੰਗ 'ਚ ਰਹਿ ਰਹੇ। ਮਤਲਬ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਸੀਗੀਆਂ। ਇਸੇ ਤਰ੍ਹਾਂ ਐਮੀ ਵਿਰਕ ਨੂੰ ਮਿਲੇ। ਮਤਲਬ ਮੇਰੇ ਜ਼ਿਹਨ 'ਚ ਸੀ ਕਿ ਉਹ ਪਤਾ ਨਹੀਂ ਆਪਣੇ ਆਪ 'ਚ ਫਿਲਮ ਐਕਟਰ ਹੈਗਾ, ਉਹ ਕੋਈ ਵੱਡਾ ਬੰਦਾ ਵਾ। ਲੇਕਿਨ ਯਕੀਨ ਕਰ, ਉਹਦਾ ਭਰਾ, ਮੈਨੂੰ ਉਹਦਾ ਨਾਮ ਭੁੱਲ ਗਿਆ, ਭਗਵੰਤ ਮਾਨ ਸਿੰਘ ਵਿਰਕ, ਉਹਦਾ ਜੋ ਐਟੀਟਿਊਡ ਸੀ, ਉਹਦਾ ਜੋ ਗੱਲਬਾਤ ਕਰਨ ਦਾ ਤਰੀਕਾ ਸੀ, ਨਹੀਂ ਤੁਸੀਂ ਮਿਲ ਕੇ ਆਓ। ਫਿਰ ਉਹਦੀ ਬਾਕੀ ਟੀਮ ਦੇ ਜਿੱਦਾਂ ਨੰਬਰ ਆਉਂਦੇ ਗਏ ਕਿ ਜੀ ਐਮੀ ਨੂੰ ਮਿਲਣਾ। ਫਿਰ ਐਮੀ ਨੇ ਕਿਸ ਤਰ੍ਹਾਂ ਸਾਡੇ ਨਾਲ ਵਰਤਾਵ ਕੀਤਾ ਮੈਂ ਦੱਸ ਨਹੀਂ ਸਕਦਾ। ਲੇਕਿਨ ਜਿਹੜਾ ਤੁਹਾਡਾ ਸਵਾਲ ਸੀ ਮੈਂ ਉਸ ਚੀਜ਼ ਦਾ ਜਵਾਬ ਦੇ ਰਿਹਾ। ਹੁਣ ਜਿਹੜੀ ਸਾਰਿਆਂ ਨਾਲੋਂ ਮੈਨੂੰ ਵਧੀਆ ਗੱਲ ਲੱਗੀ ਉਹ ਸੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਜਾਣਾ। ਦਿੱਲੀ ਯੂਨੀਵਰਸਿਟੀ ਦੇ ਵਿੱਚ ਕੁਲਵੀਰ ਗੋਜਰਾ ਨੇ ਇੱਕ ਛੋਟਾ ਜਿਹਾ ਇਵੈਂਟ, ਪ੍ਰੋਫੈਸਰ ਸਾਹਿਬ ਜੋ ਰਾਈਟਰ ਵੀ ਨੇ, ਔਰ ਉੱਥੇ ਜੋ ਬੱਚਿਆਂ ਨਾਲ ਚਰਚਾ ਹੋਈ, ਜੋ ਗੱਲਬਾਤ ਹੋਈ, ਕਮਾਲ। ਬੱਚਿਆਂ ਦੇ ਵਿੱਚ ਮਤਲਬ ਕਿ ਉਹੀ ਚੀਜ਼ਾਂ ਜੋ ਇੱਥੇ ਦੇ ਲੋਕਾਂ ਦੇ ਵਿੱਚ ਹੈ, ਉਹੀ ਕੁਐਸਚਨ ਜੋ ਇੱਥੇ ਦੇ ਲੋਕ ਇੰਡੀਆ ਬਾਰੇ ਕਰਦੇ ਆ, ਉਹੀ ਕੁਐਸਚਨ ਉਹਨਾਂ ਦੇ ਬੱਚਿਆਂ ਦੇ। ਔਰ ਐਸੇ ਕਮਾਲ ਦਾ ਕੁਐਸਚਨ, ਇੱਕ ਬੱਚੇ ਨੇ ਸਵਾਲ ਕੀਤਾ ਕਿ ਜੇ ਅਸੀਂ ਇੱਕ ਹੀ ਹਾਂ, ਸਭ ਕੁਝ ਇੱਕ ਹੀ ਹੈ, ਤੇ ਫਿਰ ਇਹ ਮੇਲ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਲੜਾਈ ਝਗੜੇ ਕਿਸ ਤਰ੍ਹਾਂ ਮੁੱਕ ਸਕਦੇ। ਮਤਲਬ ਆਉਣ ਵਾਲੀ ਪੀੜ੍ਹੀ ਇਹ ਚੀਜ਼ ਸੋਚਦੀ ਹੈ। ਅੱਛਾ ਲਵਲੀ, ਪਾਕਿਸਤਾਨ ਜਦੋਂ ਜਿਹੜੇ ਲੋਕ ਆਉਂਦੇ ਨਾ ਉਹਨਾਂ ਨਾਲ ਤੇ ਗਲਤ ਹੈ ਪਰਸੈਪਸ਼ਨ ਵੀ ਪਾਕਿਸਤਾਨ ਜਾਵਾਂਗੇ ਸ਼ਾਇਦ ਕਿਸੇ ਹੋਰ ਮੁਲਕ ਦਾ ਵੀਜ਼ਾ ਲੱਗੂ। ਸਾਡੇ ਪਾਕਿਸਤਾਨੀਆਂ ਦੇ ਵਿੱਚ ਤਾਂ ਬਾਹਰ ਜਾਣ ਦਾ ਕਰੇਜ਼ ਹੀ ਨਹੀਂ ਬਹੁਤਾ ਹੈਗਾ। ਚਲੋ ਇੱਥੇ ਤਾਂ ਗੱਲ ਹੀ ਨਹੀਂ ਹੈ ਵੀ ਉੱਥੇ ਜਾਇਆ ਕੁਛ ਐਸਾ ਲੱਗਾ ਤਾਂ ਨਹੀਂ ਵੀ ਯਾਰ ਨਹੀਂ ਹੋਣਾ ਚਾਹੀਦਾ, ਜਾਂ ਕੋਈ ਡਰ ਤੇ ਨਹੀਂ ਆਇਆ, ਜਾਂ ਕਿਸੇ ਨੇ ਤੰਗ ਤੇ ਨਹੀਂ ਕੀਤਾ ਕੋਈ ਇਦਾਂ ਦਾ? ਨਹੀਂ ਯਾਰ, ਹੁਣ ਜਿੱਦਾਂ ਸਾਡੇ ਜੱਥੇ ਆਉਂਦੇ ਆ, ਹੁਣ ਐਤਕੀ ਮੈਂ ਵੀ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ, ਸ਼ਰਾਈਨ ਬੋਰਡ ਨੂੰ ਇਹ ਕਹੂੰਗਾ ਕਿ ਜਿਹੜੇ ਸਾਡੇ ਜੱਥਿਆਂ 'ਚ ਲੋਕ ਆਉਂਦੇ ਆ ਉਹਨਾਂ ਨੂੰ ਆਸਾਨੀ ਕਰੋ। ਯਕੀਨ ਕਰ, ਉਹਨਾਂ ਨੇ ਦਿੱਲੀ ਦੇ ਵਿੱਚ ਪਹਿਲੀ ਰਾਤੀ 2 ਵਜੇ ਸਾਨੂੰ ਲਾਇਆ ਵਾ ਉੱਥੇ। ਉਸ ਤੋਂ ਬਾਅਦ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਯਾਰ ਤੁਸੀਂ ਇਸ ਹਦੂਦ ਤੱਕ ਰਹਿਣਾ ਜਾਂ ਇਕੱਠੇ ਰਹਿਣਾ, ਜਾਂ ਉਹ ਜਿੱਦਾਂ ਤੁਹਾਡਾ ਦਿਲ ਕਰੇ ਰਹੀ ਜਾਓ। ਜੇ ਜੱਥੇ ਨਾਲ ਰਹਿਣਾ ਤੇ ਵੀ ਤੁਹਾਡੀ ਮਰਜ਼ੀ ਹੈ, ਵੈਲ ਐਂਡ ਗੁੱਡ। ਕਿਸੇ ਨੇ ਯਾਰ ਤੂੰ ਕਰਕੇ ਨਹੀਂ ਬੁਲਾਇਆ, ਬਲਕਿ ਜਿਹਨੂੰ ਵੀ ਪਤਾ ਲੱਗਾ ਕਿ ਯਾਰ ਨਨਕਾਣਾ ਸਾਹਿਬ ਤੋਂ ਸੰਗਤਾਂ ਆਈਆਂ ਨੇ ਜਾਂ ਪਾਕਿਸਤਾਨ ਤੋਂ ਸੰਗਤਾਂ ਆਈਆਂ ਨੇ, ਇਹ ਨਹੀਂ ਕਿ ਸਿਰਫ ਮੇਰੇ ਨਾਲ ਬਾਕੀ ਜਿਹੜੇ ਜੀ ਆ, ਮੈਂ ਤੁਹਾਨੂੰ ਫੋਟੋਗ੍ਰਾਫ ਵਿਖਾਵਾਂਗੇ। ਹਰ ਬੰਦੇ ਨੂੰ ਇੰਨੇ ਗਿਫਟ, ਇੰਨੇ ਸਰੋਪੇ, ਹਰ ਗੁਰਦੁਆਰਾ ਸਾਹਿਬ ਤੋਂ, ਮਤਲਬ ਹਰ ਬੰਦੇ ਨੇ ਪਿਆਰ ਨਾਲ ਵੇਖਿਆ। ਹੁਣ ਮੈਨੂੰ ਨਹੀਂ ਪਤਾ ਕਿ ਅਗਲਾ ਬੰਦਾ ਮੈਨੂੰ ਮਿਲਣ ਆ ਰਿਹਾ ਉਹ ਕੌਣ ਹੈ ਤੇ ਕੌਣ ਨਹੀਂ, ਠੀਕ ਹੈ, ਲੇਕਿਨ ਹਰ ਬੰਦੇ ਨੇ ਇਹ ਗੱਲ ਕੀਤੀ ਕਿ ਯਾਰ ਤੁਸੀਂ ਜੋ ਕੰਮ ਕਰ ਰਹੇ ਹੋ, ਜਿਹੜੀ ਮੈਂ ਆਪਣੀ ਤੈਨੂੰ ਗੱਲ ਦੱਸ ਰਿਹਾ ਕਿ ਹਰ ਬੰਦੇ ਨੇ ਇਹ ਗੱਲ ਆਖੀ ਕਿ ਯਾਰ ਜੋ ਤੁਸੀਂ ਕੰਮ ਕਰ ਰਹੇ ਹੋ ਬਹੁਤ ਸ਼ਾਨਦਾਰ ਕਰ ਰਹੇ ਹੋ। ਹੁਣ ਅੱਗੇ ਮੈਨੂੰ ਨਹੀਂ ਪਤਾ ਕਿ ਉਹ ਕੌਣ ਨੇ ਤੇ ਕੌਣ ਨਹੀਂ ਨੇ, ਕਿਸੇ ਨੇ ਮਾੜੀ ਗੱਲ। ਪਾਕਿਸਤਾਨ ਪੰਜਾਬ ਤੇ ਇੰਡੀਆ ਪੰਜਾਬ ਕਿੰਨਾ ਫਰਕ? ਯਾਰ ਕੋਈ ਫਰਕ ਨਹੀਂ ਹੈ, ਕੋਈ ਫਰਕ ਨਹੀਂ। ਜੇ ਬਹੁਤਾ ਵੀ ਫਰਕ ਹੋਇਆ ਨਾ ਤੇ ਮੈਨੂੰ 2-4 ਚੀਜ਼ਾਂ ਦਾ ਕਰੇਜ਼ ਵੀ ਰਿਹਾ ਤੇ ਉਹ ਫਰਕ ਵੀ ਰਿਹਾ। ਜਿੱਦਾਂ ਹੁਣ ਇੱਥੇ ਬੁਲਟ ਨਹੀਂ ਹੈਗੀ, ਹੁਣ ਮੇਰਾ ਧਿਆਨ ਇਸ ਕਰਕੇ ਕਿ ਮੇਰੀ ਬੜੀ ਪਸੰਦੀਦਾ ਸਵਾਰੀ ਰਹੀ ਹੈ, ਮੈਂ ਤੇ ਅੰਮ੍ਰਿਤਸਰ ਉੱਤੇ ਹੀ ਫਿਰਿਆ। ਬੁਲਟ ਦਾ ਫਰਕ ਸੀ ਕਿ ਸਾਡੀ ਵਰਗੀ ਮੋਟਰਸਾਈਕਲ ਉੱਥੇ ਨਹੀਂ ਹੈ, ਉੱਥੇ ਜ਼ਿਆਦਾ ਬੁਲਟ ਆ ਜਾਂ ਫਿਰ ਐਕਟਿਵਾ ਸਕੂਟੀ ਟਾਈਪ ਉਹ ਹੈਗੀ ਹੈ, ਜਾਂ ਫਿਰ ਇੱਕ ਗੱਡੀ ਸੀ ਉੱਥੇ
ਥਾਰ ਥਾਰ ਮੈਨੂੰ ਉਹ ਬੜੀ ਪਸੰਦ ਆਈ। ਮੈਂ ਕਿਹਾ ਯਾਰ ਮੇਰਾ ਦਿਲ ਕਰਦਾ ਸੀ ਕਿ ਮੈਂ ਥਾਰ 2-3 ਥਾਰ ਤੇ 2-3 ਜਿਹੜੇ ਬੁਲਟ ਨੇ ਨਾ ਉਹ ਕਿਸੇ ਤਰੀਕੇ ਨਾਲ ਪਾਕਿਸਤਾਨ ਲੈ ਜਾਵਾਂ। ਹਾਂ ਇਹ ਹੀ ਹੈ ਨਾ ਵੀ ਜਿਵੇਂ ਅਸੀਂ ਹੁਣ ਚਾਈਨਾ ਤੋਂ ਜਾਂ ਉਧਰੋਂ ਜਾਪਾਨੋਂ ਮੰਗਾ ਲੈਨੇ ਵੀ ਯਾਰ ਸਾਡੇ ਲਾਗੇ ਇੱਥੋਂ ਤੇ ਆ ਸਕਦੀਆਂ, ਸਾਨੂੰ ਸ਼ਿਪਿੰਗ ਵੀ ਨਹੀਂ ਪੈਣੀ। ਮੈਂ ਕਹਿੰਦਾ ਕਿ ਜੇ ਖੁੱਲਾ ਬਹੁਤ ਹੋਵੇਗਾ ਸਸਤੀਆਂ ਵੀ ਨੇ, ਖੁੱਲਾ ਹੋਵੇ ਕੰਮ, ਸਸਤੀਆਂ ਵੀ ਨੇ, ਹੈ ਵੀ ਆਂਦੇ 12-13 ਲੱਖ ਦੀ ਹੈ ਜਾਂ 15 ਲੱਖ ਦੀ। 15 ਲੱਖ ਦੀ ਥਾਰ ਸੀ, 30 ਲੱਖ ਬਣਨਾ ਵਾ ਤੇ ਹੁਣ ਇੱਥੇ ਉਹਦੇ ਨਾਲ ਦੀ ਗੱਡੀ ਮੈਨੂੰ ਲੱਗਦਾ ਕਰੋੜ ਦੇ ਕੋਲ ਪਹੁੰਚੀ ਹੈ। ਹਾਂ ਇੱਥੇ ਤੇ ਜਿਹੜੀਆਂ ਪਹਿਲੇ ਤੇ ਜੀਪਾਂ ਹੈ ਨਹੀਂ, ਜਿਹੜੀਆਂ ਹੈ ਨੇ ਉਹ ਟੂ ਮੱਚ ਮਹਿੰਗੀਆਂ ਨੇ। ਹਾਂ ਬਹੁਤ ਮਹਿੰਗੀਆਂ। ਹਾਂ ਅੱਛਾ ਲਵਲੀ, ਇਹ ਤੇ ਗੱਲਾਂ ਹੋਣ ਡੀਆਂ, ਵੈਸੇ ਕੋਈ ਤੰਗੀ ਤਾਂ ਨਹੀਂ ਹੋਈ? ਮਤਲਬ ਵੀ ਤੰਗੀ ਤੋਂ ਮੀਨਸ ਕਿਸੇ ਨੇ ਜ਼ੋਰ ਲਾਇਆ ਹੋਵੇ, ਇਨਸਿਸਟ ਕੀਤਾ ਹੋਵੇ ਵੀ ਯਾਰ ਤੇਰਾ ਵਿਆਹ ਨਹੀਂ ਆ, ਚਲ ਵਿਆਹ ਕਰਾ ਦਿੰਦੇ? ਇਹ ਤਾਂ ਹਰ ਇਵੈਂਟ ਦੇ ਵਿੱਚ ਇਹ ਗੱਲ ਰਹੀ ਹੈ, ਲੇਕਿਨ ਫਿਰ ਮੈਂ ਦੱਸਿਆ ਕਿ ਯਾਰ ਤੁਸੀਂ ਫਿਰ ਕੰਮ ਮੇਰਾ ਰੋਕਣਾ ਚਾਹੁੰਦੇ ਹੋ ਕਿ ਜਿਹੜਾ ਵਧੀਆ ਕੰਮ ਕਰ ਰਹੇ ਆ ਇਹ ਸਾਲ 2 ਸਾਲ ਹੀ ਰਹਿਣਾ, ਫਿਰ ਤੇ ਬਜ਼ੁਰਗ ਲੱਭਣੇ ਨਹੀਂ, ਫਿਰ ਵਿਆਹ ਹੀ ਕਰਾਉਣਾ। ਨਹੀਂ ਮੈਂ ਥੋੜਾ ਜਿਹਾ ਅੱਗੇ ਸੀ ਨਾ, ਤੂੰ ਆਖਿਆ ਵੀ ਬੱਚਿਆਂ 'ਚ ਬੈਠਾ ਸੀ, ਮੈਂ ਕਿਹਾ ਵੀ ਲਵਲੀ ਦੀ ਉਮਰ ਆਪਣੀ 27-28 ਸਾਲ ਆ, ਵੀ ਉਹ ਬੱਚੇ ਹੁਣ ਪਤਾ ਨਹੀਂ 12-12 ਸਾਲ ਦੇ ਬੈਠੇ ਆ। ਨਹੀਂ ਉਹ ਮੇਰੇ ਹਾਣ ਦੇ ਸੀਗੇ, ਲੇਕਿਨ ਗੱਲ ਕਰਨ ਦਾ ਮਕਸਦ ਇਹ ਹੈ ਕਿ ਉਹ ਬੱਚੇ ਰਿਸਪੈਕਟ ਵਾਜੋ। ਹਾਂ ਰਿਸਪੈਕਟ ਵਾਜੋ, ਉਹਨਾਂ ਨੇ ਜੋ ਰਿਸਪੈਕਟ ਦਿੱਤੀ ਉਹ ਮੇਰੇ ਦਿਲ 'ਚ ਆ, ਕਿਉਂਕਿ ਉੱਥੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਸਿਰਫ ਪੰਜਾਬ ਦੇ ਬੱਚੇ ਜਾਂ ਦਿੱਲੀ ਦੇ ਬੱਚੇ ਨਹੀਂ ਸੀਗੇ, ਕੋਈ ਮੁੰਬਈ ਤੋਂ ਆਇਆ, ਕੋਈ ਜੰਮੂ ਤੋਂ ਆਇਆ ਤੇ ਕੋਈ ਕਿੱਧਰੋਂ ਕੋਈ ਕਿੱਧਰੋਂ। ਤੇ ਉਹ ਤਾਂ ਕਰਕੇ ਮੈਨੂੰ ਬੜੀ ਹੈਰਾਨਗੀ ਹੋਈ ਕਿ ਯਾਰ ਬਹੁਤ ਹੈ, ਤਾਂ ਕਿਸੇ ਨੇ ਬੱਚੇ ਨੇ ਨੈਗੇਟਿਵ ਕੁਐਸਚਨ ਨਹੀਂ ਕੀਤਾ ਜਾਂ ਕਿਸੇ ਨੇ ਨਫ਼ਰਤ ਭਰਿਆ ਸਵਾਲ ਨਹੀਂ ਕੀਤਾ। ਹੁਣ ਅੱਜ ਦੀ ਪੋਡਕਾਸਟ 'ਚ ਇਹ ਵੀ ਨਾਲ ਗੱਲ ਜਿਹੜੀ ਨਾ ਮੈਂ ਖੁੱਲ ਗਈ ਆ ਵੀ ਉੱਥੇ ਫਿਰ ਇਹਦਾ ਮਤਲਬ ਮੈਨੂੰ ਤਾਂ ਲੱਗਦਾ ਸੀ ਵੀ ਲਵਲੀ ਜਿਹੜਾ ਫੋਨ ਨਹੀਂ ਨਾ ਸੁਣਦਾ, ਵੀ ਲੱਗਦਾ ਕਿਤੇ ਵਿਆਹ ਉਹਦੇ ਚੱਕਰ 'ਚ ਹੈ। ਨਹੀਂ ਐਸੀ ਕੋਈ ਗੱਲ ਨਹੀਂ ਹੈ। ਮੈਂ ਨਾਸਰ ਤੁਹਾਨੂੰ ਦੱਸਦਾ ਜਾਵਾਂ ਕਿ ਜਿੱਦਾਂ ਅਸੀਂ, ਮੈਂ ਤੁਹਾਨੂੰ ਪਿਆਰ ਦੀ ਗੱਲ ਕਰ ਰਿਹਾ ਕਿ ਜਿੱਦਾਂ ਆਪਾਂ ਦਿੱਲੀ ਤੋਂ ਜਦੋਂ ਨਿਕਲੇ ਆ ਨਾ ਤੇ ਇੱਕ ਗੱਡੀ ਜਿਹੜੀ ਹੈ ਉਹ ਦਿੱਲੀ ਤੋਂ ਮੈਨੂੰ ਪਿਕ ਕਰਨ ਆਈ ਔਰ ਉਹ ਮੈਨੂੰ ਪਾਣੀਪਤ ਤੱਕ ਲੈ ਕੇ ਗਈ। ਠੀਕ ਹੈ, ਪਾਣੀਪਤ ਦੇ ਵਿੱਚ ਬਾਹਰ ਮੇਨ ਤੇ ਹੀ ਜਗਦੀਪ ਭਾਜੀ, ਨਿੱਕੂ ਭਾਜੀ ਜਿਨ੍ਹਾਂ ਦਾ ਇੱਥੇ ਹਰਪਾਲ ਕੇ ਪਿੰਡ ਹੈ, ਉਹ ਮੈਨੂੰ ਨਾਲ ਹੀ ਲੈ ਗਏ ਮੇਨ ਤੇ ਹੀ। ਇਸ ਰਾਣਾ ਸਾਹਿਬ ਇੱਕ ਬਹੁਤ ਵੱਡਾ ਉਹਨਾਂ ਦਾ ਡੇਰਾ ਹੈ, ਲੇਕਿਨ ਬਹੁਤ ਬਾਕਮਾਲ ਉਹ ਜਗ੍ਹਾ ਸੀ, ਬੜੀ ਸਕੂਨ ਵਾਲੀ ਉਹ ਜਗ੍ਹਾ ਸੀ। ਉਹਨਾਂ ਨੇ ਯਾਰ ਜੋ ਸਾਡਾ ਉੱਥੇ ਇਸਤਕਬਾਲ ਕੀਤਾ, ਜੋ ਪਿਆਰ ਮੁਹੱਬਤ, ਗਿਫਟਾਂ ਦੀ ਤੇ ਗੱਲ ਹੀ ਛੱਡ ਦੇ, ਜਿੰਨੇ ਕੋ ਉਹਨਾਂ ਨੇ ਗਿਫਟ ਦੇ ਦਿੱਤੇ। ਮੈਨੂੰ ਤਾਂ ਕੋਈ ਨਹੀਂ ਦਿੱਤਾ, ਪਤਾ ਨਹੀਂ ਕਿਹਨੂੰ ਦਿਆ। ਤੇ ਮੈਂ ਤੁਹਾਨੂੰ ਦੱਸਦਾ ਕਿ ਨਾਲ ਜਿੱਦਾਂ ਟ੍ਰਿਪ ਰਿਹਾ। ਅੱਛਾ। ਤੇ ਉਹ ਫਿਰ ਉਧਰੋਂ ਫਿਰ ਉਹਨਾਂ ਨੇ ਜਨਾਬ, ਮੈਂ ਉਹਨਾਂ ਨੂੰ ਆਖਿਆ ਯਾਰ ਮੇਰੇ ਕੋਲ ਟ੍ਰਿਪ, ਉਹ ਕਹਿੰਦੇ ਨਹੀਂ ਰਾਤ ਰਹਿਣਾ ਵਾ। ਅੱਛਾ ਮੈਂ ਕਿਹਾ ਤੂੰ ਕਹਿਣ ਲੱਗਾ ਵੀ ਕੱਲਾ ਮੈਨੂੰ ਨਹੀਂ ਉਹਦੇ ਲਈ ਵੀ ਦਿਓ। ਇਹਦਾ ਮਤਲਬ ਇਹ ਸਵਾਲ ਨਹੀਂ ਕੀਤਾ ਤੂੰ ਫਿਰ ਉੱਥੇ ਵੀ ਕੱਲਾ ਮੈਂ ਗਿਫਟ ਹੀ ਲੈਣਾ, ਉਹਦੇ ਲਈ ਵੀ ਦਿਓ? ਤੇਰੇ ਲਈ? ਅੱਛਾ ਮੈਂ ਕੁਝ ਹੋਰ ਸਮਝਿਆ, ਮੈਂ ਕਿਹਾ ਮੇਰੀ ਘਰ ਵਾਲੀ ਲਈ ਕਹਿ ਰਿਹਾ। ਉੱਥੋਂ ਫਿਰ ਦੂਸਰੀ ਗੱਡੀ ਆਈ ਜਨਾਬ, ਦੂਸਰੀ ਗੱਡੀ ਜਗਦੀਪ ਭਾਜੀ ਹੋਰਾਂ ਮੈਨੂੰ ਘਰ ਲੈ ਗਏ, ਪਟਿਆਲੇ ਦੇ ਲਾਗੇ ਹੀ ਰਾਹ 'ਚ ਹੀ ਆਉਂਦਾ ਸੀ। ਤੇ ਉੱਥੇ ਉਹਨਾਂ ਨੇ ਰਾਤੀ ਉਹਨਾਂ ਦੇ ਪਿਤਾ ਜੀ, ਕਿਉਂਕਿ ਉਹ 47 'ਚ ਇੱਥੇ ਹੀ ਪੈਦਾ ਹੋਏ ਸੀ ਹਰਪਾਲ ਕੇ ਪਿੰਡ 'ਚ, ਉਹਨਾਂ ਨਾਲ ਮਿਲਵਾਇਆ। ਉਹਨਾਂ ਦੀ ਬੜੀ ਚਾਹਤ ਸੀ, ਉਹਨਾਂ ਨੇ ਘਰ 'ਚ ਫਿਰ ਰੋਟੀ ਖਵਾਈ। ਉਦੋਂ ਫਿਰ ਜਿੱਦਾਂ ਆਪਾਂ ਅੱਗੇ ਚੱਲ ਰਾਤ ਦੇ ਵਿੱਚ ਫਿਰ ਅੱਗੇ ਹੋਰ ਗੱਡੀ ਜਿੱਦਾਂ ਆ ਗਈ, ਅਸੀਂ ਅਨੰਦਪੁਰ ਸਾਹਿਬ ਪਹੁੰਚ ਗਏ। ਅਨੰਦਪੁਰ ਸਾਹਿਬ 'ਚ ਫਿਰ ਮੇਰੇ ਤੋਂ ਪਹਿਲੇ ਹੀ ਉਹ ਸਿਮਰਨ ਵੀਰ ਮੇਰਾ ਸਾਡੇ ਬਹੁਤ ਹੀ ਕਰੀਬੀ ਦੋਸਤ, ਉਹ ਅੰਮ੍ਰਿਤਸਰ ਸਾਹਿਬ ਤੋਂ ਉੱਥੇ ਆ ਗਏ ਲੈਣ। ਤੇ ਉੱਥੇ ਫਿਰ ਬਹੁਤ ਰੌਣਕਾਂ ਲੱਗੀਆਂ, ਕਿਉਂਕਿ ਡਾਕਟਰ ਸਾਹਿਬ ਨਾਲ ਫਿਰ ਉੱਥੇ ਮੇਲ ਹੋ ਗਿਆ ਦਲਵੀਰ ਪੰਨੂ ਦਾ। ਗੁਰਵਿੰਦਰ ਸਿੱਧੂ ਜੀ ਵੀ ਆ ਗਏ, ਉਹਨਾਂ ਨਾਲ ਇੱਕ ਹੋਰ ਜੀ, ਉਹਨਾਂ ਦਾ ਨਾਮ ਮੇਰੇ ਕੋਲ ਹੁਣ ਜ਼ੇਨ 'ਚ ਨਹੀਂ ਆ ਰਿਹਾ, ਉਹ ਵੀ ਆ ਗਏ। ਉੱਥੇ ਫਿਰ ਬਹੁਤ ਸਾਰੇ ਲੋਕ ਜਿੱਦਾਂ ਆਪਾਂ ਗੁਰਦੁਆਰਾ ਸਾਹਿਬ ਤੋਂ ਲਾਈਵ ਹੋ ਰਹੇ ਸੀਗੇ, ਤਖਤ ਕੇਸਗੜ੍ਹ ਸਾਹਿਬ ਤੋਂ ਨਾਲ ਹੋਰ ਗੁਰਦੁਆਰਾ ਸਾਹਿਬ ਤੋਂ, ਉਹ ਉੱਥੇ ਬੜੇ ਲੋਕ ਮੈਨੂੰ ਮਿਲੇ। ਲੇਕਿਨ ਇੱਕ ਚੀਜ਼ ਮੈਂ ਉੱਥੇ ਬੜੀ ਕਮਾਲ ਦੀ ਵੇਖੀ, ਵਿਰਾਸਤ-ਏ ਖਾਲਸਾ ਦੇ ਨਾਂ ਤੋਂ ਉਹਨਾਂ ਨੇ ਬਣਾਈ ਹੈ ਔਰ ਬਹੁਤ ਬਾਕਮਾਲ। ਉੱਥੇ ਨਾ ਸਿਰਫ ਏਡਾ ਵੱਡਾ ਔਰ ਇੰਨਾ ਤਗੜਾ ਮਿਊਜ਼ੀਅਮ ਬਣਾ ਛੱਡਿਆ ਕਿ ਸਾਡੇ ਵਹਿਮੋ ਗੁਮਾਨ 'ਚ ਵੀ ਉਹ ਚੀਜ਼ ਨਹੀਂ ਆਈ, ਨਾ ਕਦੀ ਕਿਸੇ ਨੇ ਮੈਨੂੰ ਦੱਸਿਆ। ਤੇ ਉਹਦੇ ਵਿੱਚ ਅਸੀਂ ਫਿਰ ਪੂਰੀ ਦਿਹਾੜੀ ਫਿਰੇ। ਉਹਦੇ 'ਚ ਨਾ ਸਿਰਫ ਉਹਨਾਂ ਨੇ ਪੂਰੇ ਪੰਜਾਬ ਦਾ ਇੱਕ ਸਕੈਚ ਬਣਾਇਆ ਹੋਇਆ ਹੈ, ਫਿਰ ਸਕੈਚ ਦੇ ਵਿੱਚ ਫਿਰ ਸਿੱਖ ਹਿਸਟਰੀ ਆ ਜਾਂਦੀ ਹੈ, ਸਿੱਖ ਰਾਜ ਆ ਜਾਂਦਾ ਹੈ, ਫਿਰ 1947 ਬਾਰੇ ਬਹੁਤ ਕੁਝ ਉੱਥੇ ਉਹਨਾਂ ਨੇ ਰੱਖਿਆ ਹੋਇਆ ਹੈ। ਮਤਲਬ ਉਹ ਬਹੁਤ ਵੱਡਾ ਹੈ, ਉਹਨੂੰ ਅਗਰ ਸਿਰਫ ਝਾਤੀ ਵੀ ਮਾਰਨੀ ਹੈ ਤੇ 2 ਘੰਟੇ, ਤੇ ਜੇ ਉਹਨੂੰ ਪੜ੍ਹਨਾ ਵਾ ਤੇ ਘੱਟ ਤੋਂ ਘੱਟ ਮੇਰਾ ਖਿਆਲ ਹੈ ਪੂਰੀ ਦਿਹਾੜੀ ਚਾਹੀਦੀ। ਉੱਥੋਂ ਫਿਰ ਇੱਦਾਂ ਘੁੰਮੇ ਫਿਰੇ। ਫਿਰ ਹਾਂ ਇੱਕ ਚੀਜ਼ ਮੈਨੂੰ ਬੜੀਆ ਵਧੀਆ ਲੱਗੀ, ਅਸੀਂ ਬਚਪਨ ਤੋਂ ਹੀ ਸਕੂਲ ਕਾਲਜਾਂ ਦੇ ਵਿੱਚ, ਤੂੰ ਵੀ ਪੜ੍ਹਿਆ ਮੈਂ ਵੀ ਪੜ੍ਹਿਆ, ਸਤਲੁਜ ਦਰਿਆਏ ਸਤਲੁਜ ਦਾ ਜ਼ਿਕਰ ਆਉਂਦਾ, ਲੇਕਿਨ ਪਾਕਿਸਤਾਨ 'ਚ ਸਤਲੁਜ ਜਾ ਕੇ ਉਹ ਮੇਰਾ ਬਾਵਲਪੁਰ 'ਚ ਐਂਟਰੀ ਮਾਰਦਾ ਤੇ ਖਾਲੀ ਹੈ। ਲੇਕਿਨ ਮੈਂ ਉੱਥੇ ਸਤਲੁਜ ਦਾ ਪਾਣੀ ਵੇਖ ਕੇ ਹੈਰਾਨ ਹੋਇਆ, ਨੀਲਾ ਸਾਫ ਸੁਥਰਾ ਪਾਣੀ, ਔਰ ਰੋਪੜ ਦੀ ਇੰਨੀ ਆਬੋ ਹਵਾ ਸੋਹਣੀ।
ਤੇ ਇੰਨੀ ਜ਼ਬਰਦਸਤ। ਹਾਂ ਇੱਕ ਗੱਲ ਹੋਰ ਬੜੀ ਖੂਬਸੂਰਤ ਮੈਨੂੰ ਯਾਦ ਆ ਗਈ। ਅਸੀਂ ਜਾ ਰਹੇ ਸੀ ਇੱਕ ਕਿਲੇ ਦੇ ਵਿੱਚ, ਭਰਤਗੜ੍ਹ ਕਿਲਾ ਹੈ ਉੱਥੇ, ਤੇ ਉਹ ਕਿਲਾ ਸੀਗਾ ਇਹਨਾਂ ਦਾ ਜਿਹੜੇ ਮਾਨਾ ਵਾਲੇ ਜਿਨ੍ਹਾਂ ਦੀਆਂ ਕੋਠੀਆਂ ਨੇ, ਮਾਨ ਫੈਮਿਲੀ ਦਾ ਉਹ ਕਿਲਾ ਸੀ। ਤੇ ਅਸੀਂ ਉੱਥੇ ਰਾਤ 'ਚ ਜਾ ਰਹੇ ਸੀ ਤੇ ਮੈਂ ਇੱਕ ਪਿੰਡ ਚੜੂਨੀ ਸੀ ਕਿ ਪਤਾ ਨਹੀਂ ਕਿਹੜਾ ਪਿੰਡ ਸੀ, ਮੇਰੇ ਕੋਲ ਨਾਮ ਭੁੱਲ ਗਿਆ, ਤੇ ਉਹ ਮੈਂ ਪੜਿਆ ਕਿ ਯਾਰ ਇਹ ਪਿੰਡ ਆ। ਮੈਂ ਕਿਹਾ ਯਾਰ ਚਲੋ ਇੱਥੇ, ਤੇ ਉੱਥੇ ਪਤਾ ਕੀ ਹੋਇਆ, ਉੱਥੇ ਆਪਾਂ ਪਿੰਡ ਐਂਟਰੀ ਮਾਰੀ ਹੈ ਤੇ ਇੱਕ ਦੁਕਾਨ ਸੀ। ਮੈਂ ਕਿਹਾ ਯਾਰ ਇੱਥੇ ਕੋਈ ਪੁਰਾਣੇ ਬਜ਼ੁਰਗ ਹੈਗੇ ਨੇ ਜਿੱਦਾਂ ਆਪਾਂ ਪਾਕਿਸਤਾਨ 'ਚ ਕਰੀਦਾ, ਜਿਵੇਂ ਬਾਬੇ ਲੱਭੀ ਦਾ। ਤੇ ਉਹਨੇ ਕਿਹਾ ਬਜ਼ੁਰਗ ਬੜੇ। ਮੈਂ ਕਿਹਾ ਯਾਰ ਮੈਂ ਪਾਕਿਸਤਾਨ ਤੋਂ ਆਇਆ। ਉਹਨੇ ਹੈ ਮੇਰੇ ਵੱਲ ਵੇਖਿਆ, ਮੈਂ ਕਿਹਾ ਇਹ ਲੈ ਹੋਈ ਲਵਲੀ, ਇਹ ਤੇ ਸ਼ਿਕਾਇਤ ਲਾਊਗਾ। ਉਹਨੇ ਕਿਹਾ ਤੂੰ ਮੈਨੂੰ 2 ਮਿੰਟ ਦੇ, ਮੈਂ ਤੈਨੂੰ ਪਛਾਣ ਗਿਆ। ਕਹਿੰਦਾ 2 ਮਿੰਟ ਦੇ। ਮੈਂ ਕਿਹਾ ਅੱਛਾ ਮੈਂ ਗੇੜੀ ਮਾਰਦਾ ਪਿੰਡ ਦੀ ਤੇ ਵਾਪਸ ਆ ਕੇ ਮਿਲਦੇ ਹਾਂ। ਤੇ ਨਾਸਰ ਜਦੋਂ ਮੈਂ ਵਾਪਸ ਆਇਆ, ਉਹ ਪਿੰਡ ਵਾਲੇ ਬਜ਼ੁਰਗ ਉੱਥੇ, ਮੈਂ ਵੀਡੀਓ ਬਣਾਈ ਹੈ, ਤੇ ਉਹ ਬਜ਼ੁਰਗ ਜਿਸ ਤਰ੍ਹਾਂ ਮੈਨੂੰ ਮਿਲੇ, ਜਦੋਂ ਨਨਕਾਣਾ ਸਾਹਿਬ ਦੇ 2 ਬਜ਼ੁਰਗ ਸੀ, ਇੱਕ ਦੀ ਉਮਰ 87 ਸਾਲ ਸੀ ਤੇ ਇੱਕ ਦੀ 85 ਸਾਲ ਸੀ। ਵੇਖ ਤੂੰ ਨਫ਼ਰਤਾਂ ਦੀ ਗੱਲ ਕੀਤੀ, ਯਕੀਨ ਕਰ ਉਹਨਾਂ ਨੇ ਮੇਰੇ ਪੈਰਾਂ ਨੂੰ ਹੱਥ ਲਾਇਆ। ਮਤਲਬ ਮੇਰੀ ਕੀ ਔਕਾਤ, ਉਹਨਾਂ ਦੇ ਜ਼ਿਹਨ 'ਚ ਇਹ ਸੀ ਕਿ ਨਨਕਾਣਾ ਸਾਹਿਬ ਤੋਂ ਬੰਦਾ ਜੀ ਆਇਆ। ਤੇ ਉਹਨਾਂ ਨੇ ਫਿਰ ਜੋ ਉੱਥੇ ਸਾਡੀ ਮਤਲਬ ਸੇਵਾ ਕੀਤੀ, ਜੋ ਪਿਆਰ ਦਿੱਤਾ, ਜੋ ਮੁਹੱਬਤ ਕੀਤੀ, ਬਾ ਕਮਾਲ। ਫਿਰ ਉਸੇ ਤਰ੍ਹਾਂ ਉਹ ਮਨਦੀਪ ਮੁੰਡਾ ਸੀ, ਉਹਨੇ ਬੜਾ ਉੱਥੇ ਫਿਰਾਇਆ ਟਰਾਇਆ। ਫਿਰ ਭਰਤਗੜ੍ਹ ਕਿਲੇ ਦੇ ਵਿੱਚ ਗਏ, ਮੈਂ ਕਿਲਾ ਵੇਖਿਆ, ਉਹ ਕੁਝ 1783 ਦਾ ਕਿਲਾ ਬਣਿਆ ਹੋਇਆ, ਤੇ ਉਹ ਕਿਲੇ ਦੇ ਵਿੱਚ ਬੜਾ ਉਹਨਾਂ ਨੇ ਪਿਆਰ ਦਿੱਤਾ। ਅੱਛਾ ਬਹੁਤ ਸਾਰੇ ਲੋਕ ਕਹਿੰਦੇ ਸੀ ਨਾ ਸਾਨੂੰ ਉੱਥੇ ਚਿੜੀਆਂ ਮੁੱਗੀਆਂ, ਮੈਂ ਆਪਣੀ ਅੱਖੀ ਮੋਰ ਉੱਡਦੇ ਵੇਖੇ ਉਹਦੇ ਰਾਜ। ਮਤਲਬ ਉੱਥੇ ਮੋਰ ਮੇਰਾ ਖਿਆਲ ਹੈ ਮਾਰ ਨਹੀਂ ਸਕਦੇ ਤਾਂ ਕਰਕੇ। ਤੇ ਇਸੇ ਤਰ੍ਹਾਂ ਉਹਨਾਂ ਨੂੰ ਤੁਸੀਂ ਰੱਖ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਹੈ ਨਾ ਨੈਸ਼ਨਲ ਬਰਡ ਜਾਂ ਕੀ ਆ, ਵੀ ਤੁਸੀਂ ਮੋਰ ਨੂੰ ਖੁੱਡੇ 'ਚ ਨਹੀਂ ਡੱਕ ਸਕਦੇ ਜਾਂ ਉਹਨੂੰ ਬਾਉਂਡ ਨਹੀਂ ਕਰ ਸਕਦੇ। ਮੇਰਾ ਖਿਆਲ ਹੈ ਐਸਾ ਕੋਈ ਹੋਣਾ, ਕਿਉਂਕਿ ਪਾਕਿਸਤਾਨ 'ਚ ਆਪਾਂ ਇੰਨਾ ਫਿਰੇ ਕਦੀ ਮੋਰ ਉੱਡਦਾ ਅਸੀਂ ਨਹੀਂ ਵੇਖਿਆ। ਉੱਥੇ ਮੈਂ ਮੋਰ ਉੱਥੇ ਵੀ ਵੇਖੇ। ਫਿਰ ਇੱਕ ਹੋਰ ਗੁਰਦੁਆਰਾ ਸੀ ਪਰਿਵਾਰ ਵਿਛੋੜਾ, ਤੇ ਉਹ ਬੜਾ ਉੱਚੀ ਜਗ੍ਹਾ ਦੇ ਉੱਪਰ ਸੀ, ਉੱਥੇ ਵੀ ਮੈਂ ਮੋਰ ਉੱਡਦੇ 2 ਜਗ੍ਹਾ 'ਚ ਵੇਖੇ, ਔਰ ਮੇਰੇ ਕੋਲ ਵੀਡੀਓ ਵੀ ਉਹਦੀ। ਅੱਛਾ ਇਹਦਾ ਮਤਲਬ ਇਹ ਆ ਵੀ ਇਨ ਸ਼ਾਰਟ ਵੀ ਜੋ ਅਸੀਂ ਬੀ ਬੋਂਡੇ ਆ ਬੀਜਣ ਦੇ ਆ, ਉਹਦਾ ਫਲ ਜਿਹੜਾ ਹੌਲੀ ਹੌਲੀ ਆਉਂਦਾ ਜਾਂਦਾ ਬਹੁਤ ਜ਼ਿਆਦਾ। ਮਤਲਬ ਵੀ ਜੇ ਅਸੀਂ ਇੱਧਰੋਂ ਟਰਾਈ ਕਰਦੇ ਤੇ ਉੱਧਰ ਦੇ ਲੋਕ ਜਾਂ ਦੋਵਾਂ ਪਾਸੇ ਦੇ ਲੋਕ ਜਿਵੇਂ ਜਿਹਨੇ ਕਨੈਕਸ਼ਨ ਜਾਂ ਕਨੈਕਟਿੰਗ, ਜੇ ਆਪਾਂ ਕਨੈਕਟੀਵਿਟੀ ਇੱਕ ਜਿਹੜੀ ਉਹ ਬਣਨ ਡਈ, ਲੋਕਾਂ ਦੇ ਵਿੱਚ ਮੁਹੱਬਤ ਦੀ ਕਨੈਕਟੀਵਿਟੀ ਪਾ ਲਈਏ, ਉਹ ਨਫ਼ਰਤ ਘਟਾਉਣ ਦੀ ਕਨੈਕਟੀਵਿਟੀ ਪਾ ਲਈਏ, ਮਤਲਬ ਉਹਦਾ ਕਿਤੇ ਨਾ ਕਿਤੇ ਅਸਰ ਤੇ ਹੋਣ ਡਿਆ। ਯਾਰ ਮੈਨੂੰ ਕਿਧਰੇ ਵੀ ਇਹ ਨਹੀਂ ਲੱਗਾ ਕਿ ਇਹ ਕੋਈ ਵੱਖਾ ਤੁਹਾਡੇ ਪਹਿਰਾਵੇ ਵਜੋਂ, ਤੁਹਾਡੀ ਬੋਲੀ ਵਜੋਂ, ਤੁਹਾਡੇ ਖਾਣ ਪੀਣ ਵਜੋਂ, ਕੋਈ ਵੀ ਕਿਧਰੇ ਵੀ ਜ਼ਰਾ ਕभी ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਕੋਈ ਵੱਖ ਹੈ। ਹਾਂ ਇਹ ਆਪਾਂ ਕਹਿ ਸਕਦੇ ਕਿ ਉੱਥੇ ਪਗੜੀਆਂ ਵਾਲੇ ਤੁਹਾਨੂੰ ਹਰ ਫੀਲਡ ਦੇ ਵਿੱਚ ਨਜ਼ਰ ਆਉਣਗੇ, ਹਰ ਥਾਂ ਨਜ਼ਰ ਆਉਣਗੇ, ਤੇ ਇਹ ਜਿਹੜਾ ਸਾਡੇ ਵਾਲੇ ਪਾਸੇ ਆ ਪਗੜੀਆਂ ਵਾਲੇ ਨਹੀਂ ਨਜ਼ਰ ਆਉਣਗੇ, ਬੋਰਡ ਉਰਦੂ 'ਚ ਲਿਖਿਆ ਹੋਇਆ। ਤੇ ਮੈਂ ਆਪਣੀ ਗੱਲ ਦੱਸਾਂ, ਮੇਰੀ ਖੁਆਇਸ਼ ਦਿਲੀ ਖੁਆਇਸ਼ ਸੀ ਕਿ ਚਲੋ ਮੇਰਾ ਵੀਜ਼ੇ ਤਾਂ ਨਹੀਂ ਹੋ ਸਕਿਆ ਹਾਲੇ ਤੱਕ, ਮੈਂ ਲਵਲੀ ਨੂੰ ਕਹਾਂ ਵੀ 5 ਵੜ ਜਾਵੇ ਤੇ ਮੇਰੇ ਅੱਬਾ ਜੀ ਦੇ ਜਿਹੜੇ ਪੀਰ ਨੇ ਉਹਨਾਂ ਦੀ ਦਰਗਾਹ ਤੇ ਇੱਕ ਵਾਰੀ ਹੋ ਗਿਆ। ਸਾਡੇ ਕੋਲ ਅੰਮ੍ਰਿਤਸਰ, ਰੋਪੜ ਔਰ ਉਹਦਾ ਵੀਜ਼ਾ ਸੀ ਆਪਣਾ ਦਿੱਲੀ ਦਾ, ਤੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਫੋਨ ਕਾਲ ਕੀਤੇ ਕਿ ਯਾਰ ਲਵਲੀ ਤੂੰ ਆ ਜਾ, ਕੋਈ ਚੱਕਰ ਨਹੀਂ, ਤੇਰੇ ਕੋਲ ਕੋਈ ਨਹੀਂ ਪੁੱਛਦਾ। ਲੇਕਿਨ ਪਰਸਨਲੀ ਮੇਰਾ ਜਿਹੜਾ ਸੀਗਾ ਨਾ, ਜਿੱਦਾਂ ਮੇਰੇ ਜ਼ਿਹਨ 'ਚ ਆਇਆ ਸੀ ਕਿ ਯਾਰ ਨਹੀਂ ਯਾਰ ਮੈਂ ਐਸਾ ਕੋਈ ਕੰਮ ਨਹੀਂ ਕਰਨਾ ਜਿਹੜਾ ਕਿਸੇ ਨੂੰ ਵੀ ਬੁਰਾ ਲੱਗੇ। ਮੈਂ ਜਲੰਧਰ ਦੇ ਵਿੱਚ ਵੀਰ ਬਰਜੀਤ ਸਿੰਘ ਆ ਕੁਝ ਦਿਨ ਪਹਿਲੇ ਸਾਡੇ ਕੋਲ ਆਏ ਵੀ, ਤੇ ਯਾਰ ਉਹਨਾਂ ਦੇ ਮਤਲਬ ਹਵੇਲੀ ਦੇ ਵਿੱਚ, ਫਿਰ ਮਲਹੋਤਰਾ ਸਾਹਿਬ ਉੱਥੇ ਆ ਗਏ, ਜਲੰਧਰ ਹਵੇਲੀ ਦੇ ਵਿੱਚ ਵਾਪਸੀ ਦੇ, ਯਕੀਨ ਕਰ ਇੰਨੀ ਤਗੜੀ ਉਹ ਹਵੇਲੀ, ਇੰਨੀ ਸੋਹਣੀ ਉਹ ਹਵੇਲੀ, ਕਿਆ ਬਾਤ, ਬਹੁਤ ਜ਼ਬਰਦਸਤ। ਮੈਂ ਹੁਣ ਜਿਹਨੂੰ ਗੱਲ ਕਰਨ ਡਿਆ ਵੀ ਉਹ ਮੈਂ ਨਾਰਮਲੀ ਇਦਾਂ ਕਰਦਾ ਨਹੀਂ, ਇਸ ਤਰ੍ਹਾਂ ਨਾ ਸ਼ੋਅ ਨਹੀਂ ਕਰਦਾ ਐਡੀ ਛੇਤੀ ਨਾ, ਤੇ ਲੇਕਿਨ ਜਦੋਂ ਮੇਰੇ ਫਾਦਰ ਸਾਹਿਬ ਦੀ ਵਾਲਾ ਸਾਹਿਬ ਦੀ ਗੱਲ ਹੁੰਦੀ ਸੀ, ਉਹਨਾਂ ਦੀ ਉਹ ਖਾਹਿਸ਼ ਦੀ ਗੱਲ ਹੁੰਦੀ ਨਾ ਵੀ ਬਹੁਤ ਕਹਿੰਦੇ ਸੀ ਯਾਰ ਉਹ ਮੈਂ ਆਪਣੇ ਦਰਗਾਹ, ਮੈਂ ਹੁਣ ਵੀ ਅੱਖਾਂ 'ਚੋਂ ਨਾ ਅਥਰੂ ਆਉਣ ਲੱਗੇ, ਰੋਣ ਹੀ ਲੱਗਾ ਯਾਰ ਉਹ ਨਾ ਉਹ ਜ਼ਿਹਨ 'ਚ ਗੱਲ ਆ ਜਾਂਦੀ ਨਾ, ਕਿਉਂਕਿ ਕਿਸੇ ਦੇ ਜਾਣ ਤੋਂ ਬਾਅਦ ਦੁਨੀਆ ਤੋਂ ਚਲੇ ਗਏ, ਤੇ ਉਹਨਾਂ ਦਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਬੜੀ ਘਾਟਾ ਜਿਹਾ ਵਾ ਯਾਰ, ਉਹਨਾਂ ਦੀ ਉਹ ਖਾਹਿਸ਼ ਪੂਰੀ ਆਪਾਂ ਕਰਨੀ ਹੋਪਫੁਲੀ ਜਿਵੇਂ ਹੁਣ ਤੇ ਨਹੀਂ, ਚਲੋ ਮੈਨੂੰ ਨਾ ਵੀ ਮਿਲਾ ਤੂੰ ਗਾਂ ਜਾਵੇਂ ਫਿਰ ਇੱਕ ਵਾਰੀ ਹੋ ਨਹੀਂ, ਮੈਂ ਜ਼ਰੂਰ ਹੋ ਕੇ ਆਵਾਂਗਾ। ਤੇ ਮੈਨੂੰ ਤੇਰੇ ਤੋਂ ਬਗੈਰ ਜਦੋਂ ਮੈਂ ਰਾਤੀ ਕੱਲ ਰਾਤ ਪਿੰਡ ਦੇ ਵਿੱਚ ਜਿੱਦਾਂ ਰੋਟੀ ਸੀਗੀ ਦਾਵਤ ਤੇ ਮੈਨੂੰ ਤੇਰਾ ਚਾਚਾ ਮਿਲਿਆ, ਦੂਸਰਾ ਚਾਚਾ ਮਿਲਿਆ, ਹਾਂ ਵੀ ਸਾਡੇ ਪਿੰਡ ਤੋਂ ਹੋ ਆਇਆ, ਮੈਂ ਕਿਹਾ ਹੋ ਆਇਆ, ਕਿਉਂਕਿ ਮੈਨੂੰ ਪਤਾ ਸੀ ਇੱਥੇ ਬਿਸਤੀ ਬਹੁਤ ਹੋਣੀ ਹੈ ਤੇ ਮੈਂ ਉਹਨੂੰ ਝੂਠ ਮਾਰਿਆ। ਲੇਕਿਨ ਨਾਸਰ ਉਹ ਮੈਂ ਪਹਿਲੇ ਵੀ ਗੱਲ ਕੀਤੀ, ਇਸੇ ਕਰਕੇ ਮੈਂ ਹਰਿੰਦਰ ਪੁੱਲਰ ਦੇ ਕਿੰਨੇ ਫੋਨ ਆਏ, ਉਹ ਵਿਚਾਰਾ ਇੰਨੀ ਦੂਰੋਂ ਆਏਗਾ, ਬਾਕੀ ਜੀ ਆਣਗੇ, ਮੈਂ ਇਸੇ ਕਰਕੇ ਜ਼ਿਆਦਾ ਲੋਕਾਂ ਨੂੰ ਤਕਲੀਫ ਨਹੀਂ ਦਿੱਤੀ। ਮੈਂ ਕਿਹਾ ਜਿਹੜੀ ਮੇਰੀ ਆਪਣੀ ਦਿਲ ਦੀਆਂ
ਚਾਹਤਾਂ ਹੁੰਦੀਆਂ ਨੇ ਨਾ ਬਚਪਨ ਤੋਂ, ਤੁਸੀਂ ਚੀਜ਼ਾਂ ਸੁਣੀਆਂ ਹੁੰਦੀਆਂ ਨੇ, ਤੇ ਬੜਾ ਲੰਬਾ ਗੈਪ ਸੀ 6-7 ਸਾਲ ਦਾ। ਉਸ ਤੋਂ ਬਾਅਦ ਮੈਂ ਗਿਆ ਤੇ ਮੈਂ ਜ਼ਿਆਦਾ ਫੋਕਸ ਰੱਖਿਆ ਕਿ ਮੇਰੀ ਵਾਲਦਾ ਨਾਲ ਹੈ, ਨਹੀਂ ਤੇ ਮੇਰਾ ਦਿਲ ਬੜਾ ਹੈ ਸੀ ਪੰਜਵੜ ਜਾਣ ਦਾ ਕਿ ਯਾਰ ਚਲੋ ਨਾਲ। ਅੱਛਾ ਲਵਲੀ, ਜਿਵੇਂ ਲੋਕ ਆਉਂਦੇ ਉੱਧਰੋਂ ਨਨਕਾਣਾ ਸਾਹਿਬ ਆਉਂਦੇ, ਜਾਂ ਆਪਣੀ ਮੈਂ ਗੱਲ ਕਰਾਂ, ਅਸੀਂ ਜਦੋਂ ਜਾਈਏ ਆਪਣੇ ਕਿਸੇ ਵੀ ਇਸ ਤਰ੍ਹਾਂ ਦੇ ਸਥਾਨ 'ਤੇ, ਜਿਵੇਂ ਮੈਂ ਪੰਜਵੜ ਦੀ ਗੱਲ ਕੀਤੀ ਤਾਂ ਥੋੜ੍ਹਾ ਜਿਹਾ ਫੀਲਿੰਗ ਹੋਰ ਤਰ੍ਹਾਂ ਦੀ ਇਮੋਸ਼ਨਲ ਜਿਹਾ। ਦਰਬਾਰ ਸਾਹਿਬ ਇੰਨੀ ਦੇਰ ਬਾਅਦ ਗਏ, ਫਿਰ ਕਿਸ ਤਰ੍ਹਾਂ ਦੀ ਫੀਲਿੰਗ ਸੀ, ਕਿਵੇਂ ਲੱਗਾ? ਉਹ ਨਾਸਰ ਤੂੰ ਬੜਾ ਇਮੋਸ਼ਨਲ ਸਵਾਲ ਮੇਰੇ ਕੋਲ ਪੁੱਛਦਾ। ਯਕੀਨ ਕਰ, ਪਹਿਲੀ ਐਂਟਰੀ ਜਿਹੜੀ ਸੀ ਨਾ ਦਰਬਾਰ ਸਾਹਿਬ ਦੀ, ਸਭ ਕੁਛ ਜਿਵੇਂ ਬਿਲਕੁਲ ਦਿਮਾਗ ਦੇ ਵਿੱਚ ਹਰ ਚੀਜ਼ ਖਤਮ ਹੋ ਗਈ, ਸਾਫ਼ ਹੋ ਗਈ। ਜਿੱਦਾਂ ਤੁਸੀਂ ਵੀ ਜਾਂਦੇ ਹੋ ਖਾਨਾ ਕਾਬਾ, ਠੀਕ ਹੈ, ਤੇ ਤੁਹਾਡਾ ਵੀ ਦਿਲ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਯਾਰ ਪਹਿਲੀ ਲੁੱਕ ਜਿਹੜਾ ਬੰਦਾ ਵੇਖਦਾ ਨਾ, ਤੇ ਉਹ ਬੰਦਾ ਉੱਥੇ ਬਸ ਫਿਰ ਰਹਿ ਜਾਂਦਾ ਵਾ। ਜਿੱਦਾਂ ਦਿਲ 'ਚ ਬਹੁਤ ਸਾਰੀਆਂ ਚੀਜ਼ਾਂ ਬੰਦਿਆਂ ਦੀਆਂ ਹੁੰਦੀਆਂ, ਫਿਰ ਉਹ ਸਾਰਾ ਦਿਮਾਗ ਐ ਡਿਲੀਟ ਸਿਰਫ ਉੱਥੇ। ਤੇ ਉੱਥੇ ਜਿਹੜੀ ਫਿਰ ਦੁਨੀਆ ਆਉਂਦੀ ਹੈ, ਜੋ ਉਹਨਾਂ ਦਾ ਇੱਕ ਸਿਸਟਮ ਹੈਗਾ, ਉਹ ਬਹੁਤ ਤਗੜਾ ਹੈ। ਮਤਲਬ ਦੁਨੀਆ ਆ ਰਹੀ ਹੈ, ਜਾ ਰਹੀ ਹੈ, ਲੱਖਾਂ ਲੋਕ ਆ ਰਹੇ ਨੇ, ਜਾ ਰਹੇ ਨੇ, ਤੇ ਹਰ ਬੰਦਾ ਆਪਣੀ ਆਪਣੀ ਉਹਦੇ 'ਚ ਲੱਗਾ ਹੈ, ਹਰ ਬੰਦਾ ਆਪਣੀ ਆਪਣੀਆਂ ਚੋਲੀਆਂ ਦੇ ਵਿੱਚ ਲੱਗਾ ਹੈ। ਕੋਈ ਮਾਫੀ ਮੰਗ ਰਿਹਾ, ਕੋਈ ਕੁਛ। ਵੈਸੇ ਵੀ ਜੇ ਮਜ਼ਹਬੀ ਆਪਾਂ ਗੱਲ ਕਰੀਏ ਤਾਂ ਦਰਬਾਰ ਸਾਹਿਬ ਇੱਕ ਐਸਾ ਸਥਾਨ ਹੈ ਜਿਹੜੇ ਸਾਡੇ ਗੁਰੂ ਨੇ ਖੁਦ ਬਣਾਇਆ ਸੀ, ਤੇ ਉੱਥੇ ਫੀਲਿੰਗ ਹੀ ਕੁਛ ਹੋਰ ਤਰ੍ਹਾਂ ਦੀ ਹੈ। ਮੈਂ ਲਫ਼ਜ਼ਾਂ 'ਚ ਸ਼ਾਇਦ ਬਿਆਨ ਨਾ ਕਰ ਸਕਾਂ, ਲੇਕਿਨ ਹਾਂ, ਇਹ ਮੇਰੀ ਖੁਸ਼ਕਿਸਮਤੀ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਨਾਰਾਜ਼ ਵੀ ਹੋਏ ਕਿ ਜਿੰਨੇ ਦਿਨ ਮੈਂ ਦਰਬਾਰ ਸਾਹਿਬ ਰਿਹਾ, ਆਪਾਂ ਉੱਥੇ ਹੀ ਰਹੇ ਹਾਂ ਪ੍ਰਕਾਸ਼ ਵਾਸਤੇ। ਤੇ ਸੁਬਾਹ ਜੋ ਤਹੱਜਦ ਦੀ ਇਬਾਦਤ ਜਿਸ ਤਰ੍ਹਾਂ ਤੁਹਾਡੀ ਹੁੰਦੀ ਹੈ, ਸਾਡੀ ਵੀ ਹੁੰਦੀ, ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ, ਫਿਰ ਨਿਤਨੇਮ ਸਾਹਿਬ ਦਾ ਪਾਠ, ਆਸਾ ਦੀ ਇਬਾਦਤ ਦਾ ਪਾਠ ਜਿਹੜਾ ਹੈ, ਉਹ ਉੱਥੇ ਹੀ ਆਪਾਂ ਰਹੇ ਹਾਂ। ਲੇਕਿਨ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਕਿਧਰੇ ਵੀ, ਮੈਂ ਪਹਿਲੇ ਵੀ ਗੱਲ ਕੀਤੀ ਨਾ, ਕਿ 1 ਮਿੰਟ ਲਈ ਵੀ ਐਸਾ ਨਹੀਂ ਮਹਿਸੂਸ ਹੋ ਸਕਦਾ ਕਿ ਮੈਂ ਲਾਹੌਰੋਂ ਬਾਹਰ ਹਾਂ। ਉੱਥੇ ਫਿਰ 1-2 ਚੀਜ਼ਾਂ ਮੈਂ ਬਹੁਤ ਸਿੱਖੀਆਂ ਵੀ। ਜਿੱਦਾਂ ਮੈਂ ਗਿਆ ਸੀ ਖਾਲਸਾ ਕਾਲਜ, ਮੈਂ ਖਾਲਸਾ ਕਾਲਜ ਵੇਖ ਕੇ ਪਰੇਸ਼ਾਨ ਹੋ ਗਿਆ। ਇੰਨਾ ਸੋਹਣਾ ਨਾਸਰ ਬਣਾਇਆ ਹੋਇਆ। ਮੈਂ ਤੁਹਾਨੂੰ ਦੱਸਿਆ ਨਾ 2015 ਜਦੋਂ ਮੈਂ ਗਿਆ ਸੀ, ਮੈਂ ਇਹ ਚੀਜ਼ਾਂ ਨਹੀਂ ਵੇਖੀਆਂ, ਨਾ ਇਸ ਪਾਸੇ ਧਿਆਨ ਗਿਆ। ਇੰਨਾ ਬਾਕਮਾਲ ਬਣਾਇਆ ਹੋਇਆ ਉਹਨਾਂ ਨੇ, ਤੇ ਗੱਲ ਹੀ ਛੱਡ ਦੇ। ਫਿਰ ਇਸੇ ਤਰ੍ਹਾਂ ਅਸੀਂ ਗਏ, ਉੱਥੇ ਇੱਕ ਕਿਲ੍ਹਾ ਹੈਗਾ, ਮੇਰੇ ਕੋਲ ਨਾਮ ਕਿਲ੍ਹੇ ਦਾ ਭੁੱਲ ਗਿਆ। ਨਾਸਰ ਉਹਨਾਂ ਨੇ ਕਿਲ੍ਹੇ ਨੂੰ ਨਾ ਪ੍ਰਾਈਵੇਟਾਈਜ਼ ਜਿਹਾ ਕੀਤਾ ਹੋਇਆ, ਠੀਕ ਹੈ, ਅੰਦਰ ਰੈਂਟ ਆਊਟ ਕੀਤਾ। ਹਾਂ, ਅੰਦਰ ਦੁਕਾਨਾਂ ਵੀ ਹੈ, ਭੰਗੜਾ ਵੀ ਹੋ ਰਿਹਾ, ਉਹਦੇ ਅੰਦਰ ਇੱਕ ਸਿਨੇਮਾ ਉਹਨਾਂ ਨੇ ਬਣਾਇਆ, ਜਿਹੜੀ ਸਾਰਿਆਂ ਨਾਲੋਂ ਮੈਨੂੰ ਵਧੀਆ ਗੱਲ ਉਹਦੇ 'ਚ ਰੱਖੀ, ਉਹਦੀ ਅਲੱਗਾ ਇੱਕ ਟਿਕਟ ਹੈਗੀ ਹੈ। ਤੇ ਉਹ ਸਿਨੇਮੇ ਦੇ ਵਿੱਚ ਉਹ ਬਹੁਤ ਸਾਰੀਆਂ 7 HD ਜਿਹੜਾ ਹੈ ਨਾ, ਉਹ ਇੱਕ ਬਣਾਇਆ ਹੋਇਆ ਉਹਨਾਂ ਨੇ, ਉਹ ਬਹੁਤ ਕਮਾਲ ਦੀ ਚੀਜ਼ ਬਣਾਤੀ ਉਹਨੇ। ਲਵਲੀ, ਗੱਲਾਂ ਤਾਂ ਬਹੁਤ ਸਾਰੀਆਂ ਕਰਨ ਵਾਲੀਆਂ, ਲੇਕਿਨ ਹਨੇਰਾ ਹੁਣ ਹੋਣ ਡਿਆ ਵਾ, ਸੂਰਜ ਡੁੱਬ ਗਿਆ। ਆਪਾਂ ਥੋੜ੍ਹਾ ਜਿਹਾ ਪੋਡਕਾਸਟ ਆਪਣੀ ਨੂੰ ਲਾਗੇ ਵੀ ਲਾਈਏ ਵੀ ਜਿਵੇਂ ਆਪਾਂ ਇਹ ਮੈਸੇਜ ਸਾਡੇ ਦੋਵਾਂ ਪਾਸਿਆਂ ਦੇ ਅਦਾਰਿਆਂ ਤੱਕ ਵੀ ਇਹ ਸੁਣਾ ਵੀ ਜਿਵੇਂ ਅਸੀਂ ਕਹਿਣ ਡੇ ਵੀ ਲੋਕ ਉੱਧਰਲੇ ਵੀ ਚਾਹੁੰਦੇ ਆ ਨਾ ਵੀ ਮੁਹੱਬਤ ਹੋਵੇ, ਪਿਆਰ ਹੋਵੇ, ਫਰੈਂਡਲੀ ਬਾਰਡਰ ਹੋਣ, ਇੱਧਰਲੇ ਵੀ ਚਾਹੁੰਦੇ ਆ। ਫਿਰ ਸਾਡੇ ਅਦਾਰੇ, ਮੈਂ ਅਦਾਰੇ ਨਹੀਂ ਕਹਾਂਗਾ, ਸਾਡੀਆਂ ਸਰਕਾਰਾਂ ਕਿਉਂ ਨਹੀਂ ਚਾਹੁੰਦੀਆਂ ਵੀ ਇਹ ਫਰੈਂਡਲੀ ਬਾਰਡਰ ਹੋਣ, ਜਾਂ ਉਹ ਕਿਦੋਂ ਚਾਹੁਣਗੀਆਂ? ਕਿਉਂਕਿ ਮੈਨੂੰ ਲੱਗਦਾ ਵੀ ਹੁਣ ਕੁਛ ਸਿਨੈਰੀਓ ਚੇਂਜ ਹੋਇਆ ਵੀ ਦੋਨੋਂ ਪਾਸੇ ਥੋੜ੍ਹੀ ਖੁੱਲ੍ਹ ਮਿਲੀ, ਇੱਧਰੋਂ ਵੀ ਪਾਕਿਸਤਾਨ ਵਾਲੇ ਪਾਸਿਓਂ ਵੀ ਸਰਕਾਰੀ ਤੌਰ 'ਤੇ ਜਾਂ ਸਾਡੇ ਅਦਾਰਿਆਂ ਦੇ ਤੌਰ 'ਤੇ ਤੋਂ ਵੀ ਥੋੜ੍ਹੀ ਜਿਹੀ ਖੁੱਲ੍ਹ ਮਿਲੀ ਵੀ ਕਰਤਾਰਪੁਰ ਸਾਹਿਬ ਬਣਿਆ, ਜਾਂ ਜ਼ਿਆਦਾ ਲੋਕਾਂ ਦੇ ਵੀਜ਼ੇ ਮਿਲਣ ਲੱਗ ਪਏ। ਸੋ ਇਸੇ ਤਰ੍ਹਾਂ ਇਹ ਚੇਂਜ ਜਿਹੜੀ ਆ, ਇਹ ਮੈਨੂੰ ਲੱਗਦਾ ਵੀ ਮੁਹੱਬਤ ਜਿਵੇਂ ਦੋਵਾਂ ਪਾਸੇ ਦੇ ਲੋਕ ਚਾਹੁੰਦੇ ਆ, ਇਹ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਫਾਸਟ ਜਿਹੜੀ ਆ, ਜਿਵੇਂ ਮੈਂ ਤੇਰੇ ਰਿਵਿਊ ਸੁਣੇ ਵੀ ਉੱਧਰਲੇ ਲੋਕ ਇੰਨਾ ਪਿਆਰ ਕਰਦੇ ਚਾਹੁੰਦੇ ਨੇ, ਇਹ ਉਹ ਜਿਵੇਂ ਪਹਿਲਾਂ ਦੂਜੀ ਤਾਰ ਹੁੰਦੀ ਸੀ, ਫਿਰ ਫਾਈਬਰ ਆ ਗਈ, ਤੇ ਹੁਣ ਉਸ ਤੋਂ ਵੀ ਜਦੀਦ ਕੰਮ ਆਉਂਦਾ। ਮੈਨੂੰ ਲੱਗਦਾ ਕੰਮ ਤੇਜ਼ ਹੋ ਜੂ। ਹਾਂ, ਮੈਨੂੰ ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਜੋ ਹੁਣ ਗਿਆ, ਮੈਨੂੰ ਸਟਾਰਟ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਸ਼ਾਇਦ ਮੈਂ ਪਾਕਿਸਤਾਨੀ ਹਾਂ ਤੇ ਉੱਥੇ ਦੇ ਲੋਕ ਐ ਸੋਣਗੇ ਕਿ ਯਾਰ ਪਾਕਿਸਤਾਨੀ ਆ ਤੇ ਇਹਨੂੰ ਨਹੀਂ ਮਿਲਣਾ ਜਾਂ ਇਹ ਜਾਂ ਉਹ। ਐਸੀ ਕੋਈ ਗੱਲ ਨਹੀਂ। ਜੋ ਲੋਕਾਂ ਨੇ ਉੱਥੇ, ਮੈਂ ਬਾਰ-ਬਾਰ ਇਹ ਗੱਲ ਕਰ ਰਿਹਾ ਕਿ ਜੋ ਮਾਨ ਸਨਮਾਨ ਦਿੱਤਾ, ਨਾਸਰ ਐ ਗੱਡੀਆਂ ਬਦਲ ਰਿਹਾ ਸੀ ਮੈਂ, ਯਾਨੀ ਕਿ 1 ਘੰਟੇ ਦਾ ਸਫ਼ਰ ਇਹਦੇ ਨਾਲ, 1 ਘੰਟੇ ਦਾ ਸਫ਼ਰ ਇਹਦੇ ਨਾਲ, 1 ਘੰਟੇ ਦਾ ਸਫ਼ਰ ਇਹਦੇ ਨਾਲ। ਤੇ ਉਹ ਮੁਹੱਬਤ ਤੋਂ ਬੰਦੇ ਪਤਾ ਲੱਗ ਜਾਂਦਾ ਕਿ ਇਹਨਾਂ ਲੋਕਾਂ ਨੂੰ ਹੋਰ ਕੁਛ ਵੀ ਨਹੀਂ ਹੈ, ਇਹਨਾਂ ਲੋਕਾਂ ਨੇ ਤੁਹਾਡੇ ਤੋਂ ਕੁਛ ਨਹੀਂ ਲੈਣਾ। ਉਹਨਾਂ ਦੇ ਜ਼ਿਹਨ 'ਚ ਇਹੀ ਸੀ ਕਿ ਯਾਰ ਇਹ ਲੋਕ ਮੁਹੱਬਤ ਵੰਡਣ ਵਾਲੇ ਆ, ਤੇ ਇਹ ਮੁਹੱਬਤ ਜਿਹੜਾ ਹੈ, ਉਹ ਮੁਹੱਬਤ ਨੂੰ ਮੁਹੱਬਤ ਮਿਲ ਰਹੀ ਸੀ ਹਰ ਥਾਂ। ਜੀ ਨੂੰ ਜੀ ਹੁੰਦਾ। ਤੇ ਬਾਕੀ ਤੂੰ ਸਰਕਾਰਾਂ ਦੀ ਗੱਲ ਕੀਤੀ, ਅਦਾਰਿਆਂ ਦੀ ਗੱਲ ਕੀਤੀ, ਦੇਖ ਨਾਸਰ, ਇਹ ਪਿਛਲੇ 75 ਵਰ੍ਹਿਆਂ ਤੋਂ ਇੰਨਾ ਕੁ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਹੈ ਨਾ, ਕਿਤਾਬਾਂ ਤੋਂ ਲੈ ਕੇ ਬੱਚਿਆਂ ਦੇ ਦਿਮਾਗਾਂ ਦੇ ਵਿੱਚ ਅਸੀਂ ਐਸੀ ਚੀਜ਼ ਫਿੱਟ ਕਰ ਦਿੱਤੀ ਹੈ ਕਿ ਉਹਨੂੰ ਹੁਣ ਕੱਢਣ 'ਤੇ ਸਮਾਂ ਲੱਗਣਾ। ਬਹੁਤ ਸਾਰੇ ਲੋਕਾਂ ਦੇ
ਡਿਵੈਲਪਮੈਂਟ ਐਸੀ ਹੋਈ ਹੈ ਦਿਮਾਗ ਦੀ ਕਿ ਯਾਰ ਇਹ ਪਾਕਿਸਤਾਨੀਆਂ ਹੈ ਹਿੰਦੁਸਤਾਨੀਆਂ ਬਹਿ ਨਹੀਂ ਸਕਦੇ ਇਕੱਠੇ, ਠੀਕ ਹੈ। ਉਸ ਡਿਵੈਲਪਮੈਂਟ ਨੂੰ ਅਸੀਂ ਥੋੜ੍ਹਾ ਜਿਹਾ ਦਿਮਾਗਾਂ ਨੂੰ ਚੇਂਜ ਕਰਨਾ ਹੈ ਕਿ ਨਹੀਂ ਯਾਰ ਇਹਦਾ ਦੂਸਰਾ ਪਾਸਾ ਜਿਹੜਾ ਸੀ ਉਹ ਇਹ ਵੀ ਹੈ, ਜੋ ਬਜ਼ੁਰਗਾਂ ਦੀ ਅਸੀਂ ਕਹਾਣੀਆਂ ਪੇਸ਼ ਕਰਦੇ ਹਾਂ ਜਾਂ ਜੋ ਬਜ਼ੁਰਗਾਂ ਨੂੰ ਅਸੀਂ ਪਿੰਡਾਂ 'ਚ ਲੈ ਕੇ ਜਾਣਾ ਚਾਹੁੰਦੇ ਹਾਂ, ਤੇ ਇਹ ਇਸ ਚੀਜ਼ ਦਾ ਦੂਸਰਾ ਹੈ। ਲੇਕਿਨ ਅੱਜ ਦੀ ਜਿਹੜੀ ਇੰਟਰਵਿਊ ਦਾ ਮੈਂ ਕਰ ਰਹੇ ਹਾਂ ਕਿ ਜੋ ਇਸ ਤੋਂ ਆਪਾਂ ਸਰਕਾਰਾਂ ਨੂੰ ਜੋ ਆਪਾਂ ਇੱਕ ਸੁਨੇਹਾ ਦੇ ਸਕਦੇ ਹਾਂ ਉਹ ਇਹ ਹੈ ਕਿ ਜਿਹੜੇ ਸਾਡੇ ਰੈਲੀਵੈਂਟ ਅਥਾਰਟੀਜ਼ ਨੇ ਜਾਂ ਜਿਹੜੇ ਵੀਜ਼ਾ ਆਫਿਸਰ ਨੇ ਉਹਨਾਂ ਦੇ ਅੱਗੇ ਇੱਕ ਰਿਕੁਐਸਟ ਹੈ ਮੇਰੀ ਕਿ ਘੱਟ ਤੋਂ ਘੱਟ ਜਿਹੜੇ ਬਜ਼ੁਰਗ ਰਹਿ ਗਏ ਨੇ 47 ਜਿਨ੍ਹਾਂ ਨੇ ਵੇਖੀ ਹੈ ਹੰਡਾਈ ਹੈ, ਹੁਣ ਬਹੁਤ ਜ਼ਰੂਰੀ ਹੈ ਨਾ ਸਰ 1% ਲੋਕ ਰਹਿ ਚੁੱਕੇ ਨੇ। ਅਗਰ ਅਗਲੇ ਆਉਣ ਵਾਲੇ 5-6 ਸਾਲਾਂ ਦੇ ਵਿੱਚ ਵੀ ਤੁਸੀਂ 60 ਸਾਲ ਨਾ ਕਰੋ, 65 ਸਾਲ ਦੀ ਸ਼ਰਤ ਨਾ ਲਾਓ, ਤੁਸੀਂ ਪੂਰੇ ਦੇ ਪੂਰੇ 75 ਸਾਲ ਦੀ ਸ਼ਰਤ ਲਾਓ, 75 ਸਾਲ ਦੀ ਲਾ ਦਿਓ ਯਾਰ, 76 ਸਾਲ ਦੀ ਲਾ ਲਓ ਵੀ ਜਿਹੜਾ 74 ਸਾਲਾਂ ਦਾ ਉਹ ਜਾ ਸਕਦਾ, ਜਿਹੜਾ ਉਧਰ ਦੀ ਪਦਾਇਸ਼ ਹੈ ਉਹ ਜਾ ਸਕਦਾ। ਹੁਣ ਵੇਖੋ ਨਾ ਉਹਨਾਂ ਦੇ ਘਰ ਉਜਾੜ ਕੇ ਦੋਵੇਂ ਮੁਲਕ ਬਣੇ ਨੇ ਨਾ, ਉਹਨਾਂ ਦੇ ਘਰ ਉਜੜੇ ਆ ਤਾਂ ਹੀ ਦੋ ਮੁਲਕ ਬਣੇ ਨੇ ਨਾ। ਹੁਣ ਇਹਦੇ 'ਚ ਨਾ ਸਰ ਹੁਣ ਆਪਸੀ ਗੱਲ ਆ, ਇਹਦੇ 'ਚ ਕਿਸੇ ਦਾ ਕਮਾਲ ਤੇ ਨਹੀਂ ਨਾ। ਨਰਿੰਦਰ ਮੋਦੀ ਦਾ ਕੀ ਕਮਾਲ ਹੈ ਕਿ ਉਹ ਹਿੰਦੁਸਤਾਨੀ ਹੈ, ਕੁਦਰਤ ਨੇ ਫੈਸਲਾ ਕੀਤਾ, ਕੁਦਰਤ ਨੇ ਬਣਾਇਆ, ਚਲੋ ਮਾਣ ਸਤਿਕਾਰ ਉਹਦੀ ਆਪਣੀ ਜਗ੍ਹਾ, ਇੱਕ ਮੁਲਕ ਦਾ ਵਜ਼ੀਰ ਆਜ਼ਮ। ਮੇਰਾ ਕੀ ਕਮਾਲ ਹੈ, ਮੈਂ ਪਾਕਿਸਤਾਨੀ ਹਾਂ, ਕੁਦਰਤ ਨੇ ਫੈਸਲਾ ਕੀਤਾ, ਕੁਦਰਤ ਦਾ ਫੈਸਲਾ। ਤੇ ਇਹਦਾ ਫਿਰ ਕਾਹਦਾ ਹੰਕਾਰ, ਕਾਹਦਾ ਮਾਣ। ਤੇ ਆਪਾਂ ਜੋ ਹਾਲਾਤ ਨੇ ਉਹਨੂੰ ਆਪਾਂ ਇਸੇ ਤਰ੍ਹਾਂ ਕਰ ਸਕਦੇ ਹਾਂ ਕਿ ਜੋ ਸਾਡੇ ਕੋਲ ਬਜ਼ੁਰਗ ਆਉਂਦੇ ਨੇ ਜਾਂਦੇ ਨੇ ਲੋਕ, ਉਹਨਾਂ ਰਾਹੀਂ ਇੱਕ ਸੁਨੇਹਾ ਦਿੰਦੇ ਹਾਂ। ਅੱਜ ਆਪਾਂ ਖੁਦ ਸੁਨੇਹਾ ਦੇ ਰਹੇ ਹਾਂ ਕਿ ਯਾਰ ਨਹੀਂ ਯਾਰ ਇਸ ਚੀਜ਼ 'ਚ ਆਸਾਨੀ ਹੋਵੇ, ਲੋਕ ਆਪਣੇ ਪਿੰਡਾਂ ਦੇ ਨਾਲ ਜੁੜ ਸਕਣ, ਔਰ ਇਹਨਾਂ ਦੀ ਰਿਕਾਰਡਿੰਗਸ ਦਾ ਇਹ ਫਾਇਦਾ ਹੋ ਜਾਂਦਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਅੱਗੇ ਪਤਾ ਹੁੰਦਾ ਕਿ ਅਸੀਂ ਜੀ ਸਿਆਲਕੋਟੀ ਸੀ, ਅਸੀਂ ਲਹਿਰਪੁਰੀ ਸੀ, ਅਸੀਂ ਅੰਮ੍ਰਿਤਸਰ ਦੇ ਸੀਗੇ। ਇਸ ਤਰ੍ਹਾਂ ਤੂੰ ਆਪਣੀ ਗੱਲ ਕੀਤੀ, ਹੁਣ ਤੇਰੇ ਬਜ਼ੁਰਗ ਨਹੀਂ ਰਹੇ, ਤੇਰੇ ਵਾਲਦ ਸਾਹਿਬ ਨਹੀਂ ਰਹੇ, ਲੇਕਿਨ ਤੇਰੇ ਚਾਚੇ ਤਾਂ ਹੈਗੇ ਆ, ਚਲੋ ਉਹ ਚਾਚੇ ਤੇਰੇ ਉਹ ਵੇਖ ਲੈਣ ਪਿੰਡ, ਤੇ ਇਸੇ ਤਰ੍ਹਾਂ ਫਿਰ ਜਿਹੜਾ ਹੈ। ਬਹੁਤ ਸ਼ੁਕਰੀਆ ਲਵਲੀ ਜੀ, ਤੁਸੀਂ ਟਾਈਮ ਦਿੱਤਾ। ਬਿਲਕੁਲ ਤੁਹਾਨੂੰ ਬਣਦਾ ਤੇ ਤੁਹਾਡਾ ਇਲਾਜ ਹੋ ਸੀ ਵੀ ਤੁਹਾਨੂੰ ਢਾਹ ਕੇ ਤੇ ਉੱਤੇ ਚੜ੍ਹ ਕੇ ਡਾਂਗ ਫੇਰੀ ਜਾਂਦੀ, ਤੁਸੀਂ ਫੋਨ ਨਹੀਂ ਸੁਣਦੇ, ਲੇਕਿਨ ਫਿਰ ਵੀ ਹੁਣ ਤੁਸੀਂ ਇੰਡੀਆ ਤਾਂ ਆਏ, ਤੁਹਾਡਾ ਮਾਣ ਕਰਦੇ ਆ, ਤੁਸੀਂ ਨਵੇਂ ਪਾਕਿਸਤਾਨੀ ਜੇ। ਤੇ ਬਹੁਤ ਸ਼ੁਕਰੀਆ ਤੁਹਾਡਾ। ਮੈਂ ਇੱਕ ਵਾਰੀ ਫਿਰ ਜਿਹੜੇ ਸਾਡੇ ਪੰਜਾਬੀ ਲਹਿਰ ਦਾ ਪਰਿਵਾਰ ਹੈ ਜਿਹੜਾ ਚਾਹੁੰਦਾ ਸੀ ਮਿਲਣਾ, ਮੈਂ ਨਹੀਂ ਮਿਲ ਸਕਿਆ, ਮੈਂ ਹੱਥ ਜੋੜ ਕੇ ਉਹਨਾਂ ਤੋਂ ਮਾਫੀ ਮੰਗਦਾ, ਕਿਉਂਕਿ ਮੈਂ ਦੱਸਿਆ ਆਪਣੀ ਸਾਰੀ ਇੰਟਰਵਿਊ 'ਚ ਗੱਲਬਾਤ ਕਿ ਬੇਬੇ ਵੀ ਨਾਲ ਸੀ ਔਰ ਵੇਖਣ ਦਾ ਚਾਅ ਵੀ ਬੜਾ ਸੀ, ਸੋ ਸਾਰਾ ਕੁਝ ਡਿਸਟਰਬ ਹੋ ਰਿਹਾ ਸੀ, ਦਰਬਾਰ ਸਾਹਿਬ ਦਾ ਚਾਅ ਵੀ ਸੀ। ਚਲੋ ਅੱਗੋਂ ਲੰਮਾ ਸਮਾਂ ਲੈ ਕੇ ਜਾਵਾਂਗੇ, ਤੁਹਾਡੇ ਕੋਲ ਆਵਾਂਗੇ ਜੀ, ਹੋਪਫੁਲੀ ਵੀਜ਼ਾ ਜਿਹੜਾ ਵਾ ਵੀਜ਼ੇ ਜਿਹੜੇ ਆ ਮੈਨੂੰ ਵੀ ਲੱਭ ਜੇ ਜੀ, ਮੈਂ ਤੇ ਆਪਣੇ ਤਰਲਾ ਪਾਉਣਾ ਲੱਭ ਜੇ ਤੇ ਫਿਰ ਕੇ ਆਵਾਂਗੇ। ਸੋ ਅੱਜ ਦੀ ਪੋਡਕਾਸਟ ਅਸੀਂ ਲਵ ਇੰਡੀਆ ਦੇ ਵਿਜ਼ਿਟ ਦੀ, ਸੋ ਪੋਡਕਾਸਟ ਤੁਹਾਨੂੰ ਵਧੀਆ ਲੱਗੀ ਹੋਏਗੀ। ਇਹ ਸਾਡਾ ਫਿਰ ਦੁਬਾਰਾ ਦੱਸਦਾ ਜਾਵਾਂ, ਸੋ ਪੰਜਾਬੀ ਲਹਿਰ ਦੀ ਫੈਮਿਲੀ ਜਿਹੜੀ ਆ ਤੁਸੀਂ ਇਹਨੂੰ ਸੁਣ ਸਕਦੇ ਹੋ ਐਪਲ ਪੋਡਕਾਸਟ 'ਤੇ, ਸਪੋਟੀਫਾਈ 'ਤੇ, ਐਮਾਜ਼ੋਨ ਮਿਊਜ਼ਿਕ 'ਤੇ, ਹੋਰ ਕਾਫੀ ਸਾਰੇ ਪਲੇਟਫਾਰਮ ਨੇ, ਡੀਜ਼ਰ ਆ ਜਿਨ੍ਹਾਂ ਦੇ ਮੈਨੂੰ ਨਾਮ ਹੀ ਨਹੀਂ ਆਉਂਦੇ ਹਲੀ, ਔਖੇ ਨਾਂ ਆਉਂਦੇ ਨੇਗੇ। ਸੋ ਉਹਨਾਂ ਸਾਰਿਆਂ 'ਤੇ ਸਾਡੀ ਪੋਡਕਾਸਟ ਜਿਹੜੀ ਆ ਚੱਲਦੀ ਆ। ਪੰਜਾਬੀ ਲਹਿਰ ਫੇਸਬੁੱਕ ਪੇਜ, ਪੰਜਾਬੀ ਲਹਿਰ ਯੂਟਿਊਬ ਚੈਨਲ 'ਤੇ ਚੱਲਦੀ ਹੁਣ ਉੱਥੇ ਵੀ ਪਿਆਰ ਦਿਓ, ਮੁਹੱਬਤ ਦਿਓ, ਅਤੇ ਸਾਡੀਆਂ ਵੀਡੀਓਜ਼ ਕਹਾਣੀਆਂ ਤੁਹਾਡੇ ਤੱਕ ਉਸ ਮਾਧਿਅਮ ਵੀ ਪਹੁੰਚਦੀਆਂ ਰਹਿਣਗੀਆਂ। ਸੋ ਅਗਲੇ ਪ੍ਰੋਗਰਾਮ ਤੱਕ ਨਾਸਰ ਢਿੱਲੋਂ ਨੂੰ ਇਜਾਜ਼ਤ ਦਿਓ, ਮਿਲਦੇ ਹਾਂ ਫਿਰ, ਰੱਬ ਰੱਖਾ।